ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਕੇਂਦਰ ਦੀ ਸਰਕਾਰ ਲਗਾਤਾਰ ਇਸ ਗੱਲ ਲਈ ਯਤਨ ਕਰ ਰਹੀ ਹੈ ਤੇ ਹਰ ਢੰਗ ਤਰੀਕਾ ਤੇ ਹਰ ਹਰਬਾ ਵਰਤ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾਵੇ ਜਾਂ ਵਿਰੋਧੀ ਧਿਰ ਮੁਕਤ ਜਿਹੜਾ ਭਾਰਤ ਹੈ ਉਹ ਬਣਾਇਆ ਜਾਵੇ। ਤਾਂ ਉਸ ਦੇ ਲਈ ਉਹ ਨਾ ਤਾਂ ਵਿਰੋਧੀ ਧਿਰ ਨੂੰ ਸੰਸਦ ਦੇ ਵਿੱਚ ਬੋਲਣ ਦਿੰਦੀ ਹੈ, ਨਾ ਉਸ ਨੂੰ ਸੜਕਾਂ ਤੇ ਆਪਣੀ ਗੱਲ ਕਹਿਣ ਦੇ ਲਈ ਆਪਣੇ ਪ੍ਰਦਰਸ਼ਨ ਕਰਨ ਦਿੰਦੀ ਹੈ। ਉੱਥੇ ਪੁਲਿਸ ਦੀ ਵਰਤੋਂ ਹੁੰਦੀ ਹੈ ਤੇ ਸੰਸਦ ਦੇ ਵਿੱਚ ਬਕਾਇਦਾ ਜੇ ਕੋਈ ਆਵਾਜ਼ ਉਠਾਉਣ ਦਾ ਯਤਨ ਕਰਦਾ ਤਾਂ ਉਸ ਨੂੰ ਉਸ ਸੈਸ਼ਨ ਦੇ ਲਈ ਜਾਂ ਕੁਝ ਦਿਨਾਂ ਦੇ ਲਈ ਸੰਸਦ ਦੇ ਵਿੱਚੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਜੇ ਹੁਣ ਤਾਜ਼ਾ ਉਦਾਹਰਨ ਲਈਏ ਤਾਂ ਇਸ ਵਾਰ ਦਾ ਜਿਹੜਾ ਮੌਨਸੂਨ ਅਜਲਾਸ ਚੱਲ ਰਿਹਾ ਉਹਦੇ ਵਿੱਚ ਵਿਰੋਧੀ ਧਿਰ ਵੱਲੋਂ ਲਗਾਤਾਰ ਇਸ ਗੱਲ ਲਈ ਯਤਨ ਹੋ ਰਹੇ ਆ ਕਿ ਜਿਹੜੀ ਉੱਥੇ ਮਹਿੰਗਾਈ ਹੈ, ਜਿਹੜੀ ਬੇਰੁਜ਼ਗਾਰੀ ਹੈ, ਜਿਹੜੀ ਖਾਣ ਪੀਣ ਦੀਆਂ ਵਸਤਾਂ ਦੇ ਉੱਤੇ GST ਲਾਇਆ ਗਿਆ, ਉਹ ਸਾਰੇ ਮੁੱਦਿਆਂ ਨੂੰ ਉਠਾਉਣ ਦਾ ਯਤਨ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਕੇਂਦਰੀ ਏਜੰਸੀਆਂ ਦੀ ਜਿਸ ਤਰ੍ਹਾਂ ਵਰਤੋਂ ਜਾਂ ਦੁਰਵਰਤੋਂ ਕੀਤੀ ਜਾ ਰਹੀ ਹੈ ਉਸ ਮੁੱਦੇ ਨੂੰ ਚੁੱਕਣ ਦਾ ਯਤਨ ਹੁੰਦਾ ਹੈ। ਪਰ ਜਦੋਂ ਮੈਂਬਰ ਇਸ ਗੱਲ ਲਈ ਯਤਨ ਕਰਦੇ ਆ ਤਾਂ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜੇ ਸੜਕ ਤੇ ਜਿਸ ਤਰ੍ਹਾਂ ED ਦੀ ਵਰਤੋਂ ਕਾਂਗਰਸ ਦੇ ਵਿਰੁੱਧ ਹੋ ਰਹੀ ਹੈ, ਉਸ ਨੂੰ ਰੋਕਣ ਦੇ ਲਈ ਵੀ ਜੇ ਉਹਨਾਂ ਦੀ ਪਾਰਟੀ ਦੇ ਜਿਹੜੇ ਵਰਕਰ ਹੈ, ਆਗੂ ਹੈ, ਰੋਸ ਪ੍ਰਦਰਸ਼ਨ ਕਰਦੇ ਆ ਉਸ ਕਾਰਵਾਈ ਦੇ ਖਿਲਾਫ, ਤਾਂ ਉਹਨਾਂ ਤੇ ਵੀ ਲਾਠੀਚਾਰਜ ਕੀਤਾ ਜਾਂਦਾ ਹੈ, ਉਹਨਾਂ ਨੂੰ ਹਿਰਾਸਤ 'ਚ ਲਿਆ ਜਾਂਦਾ ਹੈ। ਤਾਂ ਸੋ ਹਰ ਤਰ੍ਹਾਂ ਨਾਲ ਢੰਗ ਤਰੀਕਾ ਵਰਤ ਕੇ ਵਿਰੋਧੀ ਆਵਾਜ਼ ਨੂੰ ਦਬਾਉਣ ਦਾ ਤੇ ਉਸ ਨੂੰ ਬੰਦ ਕਰਨ ਦਾ ਯਤਨ ਹੋ ਰਿਹਾ। ਇੱਕ ਤਾਂ ਅਸੀਂ ਇਸ ਸਵਾਲ ਤੇ ਗੱਲ ਕਰਾਂਗੇ ਔਰ ਦੂਸਰਾ ਖੇਤਰੀ ਪਾਰਟੀਆਂ ਜਿਹੜੇ ਜਿਹੜੇ ਰਾਜਾਂ 'ਚ ਰਾਜ ਤੇ ਕਾਬਜ ਹੈ, ਸੱਤਾ ਵਿੱਚ ਨੇ, ਤੇ ਉੱਥੇ ਕੋਸ਼ਿਸ਼ ਹੋ ਰਹੀ ਹੈ BJP ਵੱਲੋਂ ਕਿ ਉਹਨਾਂ ਦੀ ਸੱਤਾ ਨੂੰ ਤੋੜਿਆ ਜਾਵੇ, ਖਤਮ ਕੀਤਾ ਜਾਵੇ ਤੇ ਖੇਤਰੀ ਪਾਰਟੀਆਂ ਨੂੰ ਵੀ ਤੋੜਿਆ ਜਾਵੇ। ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਕੋਲ ਹੈਗੀਆਂ। ਮੱਧ ਪ੍ਰਦੇਸ਼ ਤੋਂ ਸ਼ੁਰੂ ਕਰ ਲਓ, ਕਰਨਾਟਕਾ ਹੈ, ਗੋਆ ਹੈ, ਹੁਣ ਤਾਜ਼ਾ ਉਦਾਹਰਨ ਜਿਹੜੀ ਹੈ ਮਹਾਰਾਸ਼ਟਰ ਦੀ ਹੈ। ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇਹਦੇ ਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਚਿੰਤਕ, ਉੱਘੇ ਵਿਦਵਾਨ ਸਤਨਾਮ ਚਾਨਾ ਜੀ। ਅਸੀਂ ਉਹਨਾਂ ਦੇ ਨਾਲ ਇਸ ਚਰਚਾ ਜਾਣਨਾ ਚਾਹਾਂਗੇ ਕਿ ਇਹ ਜੋ ਸਾਰੀ ਸਥਿਤੀ ਇਸ ਵੇਲੇ ਦੇਸ਼ 'ਚ ਬਣ ਰਹੀ ਹੈ, ਇਹ ਜਮਹੂਰੀਅਤ ਲਈ ਕਿੰਨਾ ਵੱਡਾ ਖਤਰਾ ਖੜਾ ਹੋ ਰਿਹਾ, ਤਾਂ ਦੇਸ਼ ਜਿਹੜਾ ਆਉਣ ਵਾਲੇ ਸਮੇਂ 'ਚ ਰਾਜਸੀ ਤੌਰ ਤੇ ਆਰਥਿਕ ਤੌਰ ਤੇ ਕਿੱਧਰ ਨੂੰ ਅੱਗੇ ਵਧ ਰਿਹਾ। ਚਾਨਾ ਜੀ, ਜਿਸ ਤਰ੍ਹਾਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਥੈਂਕ ਯੂ। ਤੇ ਅਸੀਂ ਦੇਖਦੇ ਹਾਂ ਚਾਨਾ ਜੀ ਕਿ ਹੁਣ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਇਆ ਤਾਂ ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਮੁੱਦੇ ਉਠਾਉਣ ਦੇ ਯਤਨ ਹੋ ਰਹੇ ਆ, ਤਾਂ ਉੱਥੇ ਜਿਹੜੇ ਮੁੱਦੇ ਉਠਾਉਣ ਦੇ ਯਤਨ ਚਾਹੇ ਰਾਜ ਸਭਾ ਹੈ ਚਾਹੇ ਲੋਕ ਸਭਾ ਹੈ, ਉਹਦੇ ਵਿੱਚ ਜਿਹੜੇ ਮੈਂਬਰ ਕਰਦੇ ਆ ਉਹਨਾਂ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ। ਕੁਝ ਨੂੰ ਲੋਕ ਸਭਾ ਦੇ ਜਿਹੜੇ ਮੈਂਬਰ ਉਹਨਾਂ ਨੂੰ ਸਾਰੇ ਸੈਸ਼ਨ ਲਈ ਤੇ ਦੂਸਰਿਆਂ ਨੂੰ 1 ਹਫ਼ਤੇ ਦੇ ਲਈ। ਸੋ ਇਹ ਰੋਜ਼ ਦਾ ਵਰਤਾਰਾ ਬਣ ਗਿਆ। ਤਾਂ ਤੁਸੀਂ ਇਸ ਦੇ ਕੀ ਅਰਥ ਲੈਂਦੇ ਹੋ ਤੇ ਇਸ ਨੂੰ ਕਿਸ ਦਿਸ਼ਾ 'ਚ ਵਾਧਾ ਦੇਖਦੇ ਹੋ? ਦੇਖੋ ਜੰਡੂ ਸਾਹਿਬ, ਇਹ ਤੇ BJP ਦੀਆਂ ਜਿਹੜੀਆਂ ਨੀਤੀਆਂ ਨੇ, ਪਾਲਿਸੀਆਂ ਨੇ, ਉਹਦੇ ਮੁਤਾਬਕ ਉਹ ਬੜੀ ਜਮਾ ਕੇ ਪੈਰ ਜਿਹੜੇ ਨਾ ਉਹ ਅੱਗੇ ਚੱਲ ਰਹੀ ਆ, ਔਰ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਬਿੱਲ, ਔਰ ਇਹੋ ਜਿਹੇ ਬਿੱਲ ਜਿਹੜੇ ਅਸਲ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵੇਲੇ ਲਈ ਲੋਕ, ਵਿਰੋਧੀ ਪਾਰਟੀਆਂ ਉਹ ਠੀਕ ਨਹੀਂ ਸਮਝਦੀਆਂ ਔਰ ਉਹਦੇ ਨਤੀਜੇ ਜਿਹੜੇ ਠੀਕ ਨਹੀਂ ਨਿਕਲਣ। ਔਰ ਇਸ ਕਰਕੇ ਜਦੋਂ ਵੀ ਇਹ ਕੋਈ ਮੁੱਦਾ ਲੋਕਾਂ ਦੇ ਨਾਲ ਜੁੜਿਆ ਹੋਇਆ ਹੁੰਦਾ ਆ ਔਰ ਉਸ ਟਾਈਮ ਦੇ ਉੱਤੇ ਉਸ ਮੁੱਦੇ ਵੱਲ ਧਿਆਨ ਨਾ ਜਾਵੇ, ਇੱਕ ਇਹੋ ਜਿਹਾ ਬਿੱਲ ਜਾਂ ਇਹੋ ਜਿਹਾ ਇਸ਼ੂ ਸਾਹਮਣੇ ਲਿਆਂਦਾ ਜਾਵੇ ਪ੍ਰੋਪੇਗੈਂਡਾ ਦੇ ਵਾਸਤੇ ਜਾਂ ਉਹਨੂੰ ਪਾਸ ਕਰਾਉਣ ਦੇ ਵਾਸਤੇ, ਜਿਹਨੂੰ ਇਹ ਵੀ ਨਾ ਕਿਹਾ ਜਾ ਸਕੇ ਕਿ ਜੀ ਇਹ ਬਿੱਲ ਨਹੀਂ ਹੈ, ਜਿਹਨੂੰ ਇਹ ਵੀ ਨਾ ਕਿਹਾ ਜਾ ਸਕੇ ਕਿ ਵੀ ਜੀ ਇਹਨੂੰ ਤੁਸੀਂ ਨਾ ਕਰੋ, ਪਿੱਛੇ ਰੱਖੋ ਜਾਂ ਅੱਗੇ। ਹੁਣ ਮਸਲਾ ਇਹ ਹੈ ਕਿ ਅੱਜ ਇੰਡੀਆ ਦਾ, ਆਪਣੇ ਦੇਸ਼ ਦੇ ਲੋਕਾਂ ਦੀਆਂ ਅੱਜ ਦੀਆਂ ਸਮੱਸਿਆਵਾਂ ਕੀ ਹੈ, ਲੋਕ ਕਿੰਨੇ ਪੀੜਿਤ ਹੋਏ ਪਏ ਨੇ ਔਰ ਲੋਕ ਕਿੰਨੇ ਗੰਭੀਰ ਸੰਕਟ ਦੇ ਵਿੱਚੋਂ ਦੀ ਲੰਘ ਰਹੇ ਆ। ਉਹਨਾਂ ਮਸਲਿਆਂ ਵੱਲ ਧਿਆਨ ਨਾ ਜਾਵੇ, ਉਹਨਾਂ ਮਸਲਿਆਂ ਨੂੰ ਸੰਸਦ ਦੇ ਵਿੱਚ ਡਿਸਕਸ ਨਾ ਕੀਤਾ ਜਾਵੇ,
ਇਸ ਤਰ੍ਹਾਂ ਇਹਨਾਂ ਗੱਲਾਂ ਨੂੰ ਜਦੋਂ ਸਾਹਮਣੇ ਲਿਆਂਦਾ ਜਾਂਦਾ ਆ ਤਾਂ ਫਿਰ ਵਿਰੋਧੀ ਧਿਰ ਨੇ ਕੀ ਰੋਲ ਅਦਾ ਕਰਨਾ ਹੁੰਦਾ ਔਰ ਉਹ ਵਿਰੋਧੀ ਧਿਰ ਜਿਹੜੀ ਆਪਣਾ ਭੂਮਿਕਾ ਕਿਸ ਤਰ੍ਹਾਂ ਦੀ ਨਿਭਾਵੇ। ਵਿਰੋਧੀ ਧਿਰ ਦਾ ਮਹਿਨਾ ਹੀ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਲੋਕਾਂ ਦੇ ਹੱਕ 'ਚ ਜਾਣ ਵਾਲੀ ਨਹੀਂ, ਜਿਹੜਾ ਬਿੱਲ ਲੋਕਾਂ ਦੇ ਹੱਕ 'ਚ ਜਾਣ ਵਾਲਾ ਨਹੀਂ, ਜੇ ਮਾਹੌਲ ਲੋਕਾਂ ਨੂੰ ਪੀੜਿਤ ਕਰ ਰਿਹਾ ਤਾਂ ਉਸ ਮਸਲੇ ਨੂੰ ਉਠਾਉਣਾ ਵਿਰੋਧੀ ਧਿਰ ਦਾ ਕੰਮ ਹੁੰਦਾ, ਕਿਉਂਕਿ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਸਰਕਾਰ ਉਹ ਕਰ ਨਹੀਂ ਪਾ ਰਹੀ ਹੁੰਦੀ ਤਾਂ ਫਿਰ ਉਹਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ। ਔਰ ਇਹਦੇ 'ਚ ਦੇਖਣ ਵਾਲੀ ਗੱਲ ਇਹ ਨਹੀਂ ਹੈ ਜੱਟੂ ਸਾਹਿਬ ਕਿ ਮੁਅੱਤਲ ਕਰ ਦਿੱਤੇ ਗਏ। ਔਰ ਦੇਖਣ ਵਾਲੀ ਗੱਲ ਇਹ ਆ ਕਿ 25 ਜੁਲਾਈ ਨੂੰ 4 ਕਾਂਗਰਸ ਦੇ ਜਿਹੜੇ MP ਆ ਉਹਨਾਂ ਨੂੰ ਮੁਅੱਤਲ ਕੀਤਾ ਜਾਂਦਾ, ਉਹਨਾਂ ਨੂੰ ਤਾਂ ਸਾਰੇ ਸੈਸ਼ਨ ਵਾਸਤੇ ਹੀ ਕਰ ਦਿੱਤਾ ਜਾਂਦਾ। ਔਰ ਅਗਲੇ ਦਿਨ ਦੂਸਰੀਆਂ ਹੋਰ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਜਿਹਦੇ 'ਚ ਨੈਸ਼ਨਲ ਵੀ ਹੈ, ਕਾਂਗਰਸ ਪਾਰਟੀਆਂ 2 ਪਾਰਟੀਆਂ ਉਹ ਵੀ ਨੇ, ਔਰ ਉਹਨਾਂ ਦੇ 19 ਮੈਂਬਰਾਂ ਨੂੰ ਜਿਹੜਾ ਨਾ ਉਹ ਮੁਅੱਤਲ ਕਰ ਦਿੱਤਾ ਜਾਂਦਾ ਹੈ ਨਾ। ਔਰ ਉਹਨਾਂ ਨੂੰ ਕਿਸ ਗੱਲ ਦੇ ਉੱਤੇ 4 ਮੈਂਬਰਾਂ ਨੂੰ ਕਿਸ ਗੱਲ ਦੇ ਉੱਤੇ ਮੁਅੱਤਲ ਕੀਤਾ ਤੇ 19 ਮੈਂਬਰਾਂ ਨੂੰ ਕਿਸ ਗੱਲ ਦੇ ਉੱਤੇ ਮੁਅੱਤਲ ਕੀਤਾ। ਉਹ ਮਸਲੇ ਲੋਕਾਂ ਨਾਲ ਜੁੜੇ ਹੋਏ ਨੇ। ਮਹਿੰਗਾਈ ਦਾ ਮਸਲਾ ਹੈ, GST ਦਾ ਮਸਲਾ ਹੈ, ਅਗਨੀਪਥ ਦਾ ਮਸਲਾ ਹੈ, ਬੇਰੁਜ਼ਗਾਰੀ ਦਾ ਮਸਲਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਮਸਲੇ ਆ ਉਹਨਾਂ ਨੂੰ ਲੈ ਕੇ। ਲੇਕਿਨ ਹੈਰਤ ਦੀ ਗੱਲ ਇਹ ਆ ਕਿ 4 ਜਣੇ 25 ਨੂੰ ਜਿਹੜੇ ਉਹ ਮੁਅੱਤਲ ਹੁੰਦੇ ਆ ਤੇ 19 ਜਿਹੜੇ ਆ ਉਹ 26 ਨੂੰ ਮੁਅੱਤਲ ਹੁੰਦੇ ਆ। ਔਰ ਇਹ ਮਸਲਾ ਜਿਹੜਾ ਕਿ ਅਸਲ 'ਚ ਵਿਚਾਰਨ ਦਾ ਅੱਜ ਦਾ ਮੁੱਦਾ ਇਹ ਹੋਣਾ ਚਾਹੀਦਾ ਕਿ ਇਹ ਕਾਂਗਰਸ ਪਾਰਟੀ ਤੇ ਦੂਸਰੀਆਂ ਰੀਜਨਲ ਪਾਰਟੀਆਂ ਜਦੋਂ ਇੱਕੋ ਹੀ ਮੁੱਦਾ ਉਹੀ ਮੁੱਦੇ ਉਠਾ ਰਹੀਆਂ ਤਾਂ ਉਹ ਇਕੱਠੇ ਹੋ ਕੇ ਕਿਉਂ ਨਹੀਂ ਉਠਾਇਆ ਗਿਆ। ਇਹ 19 ਤੇ 4 ਕਿਉਂ ਇੱਕੋ ਵਾਰੀ ਕਿਉਂ ਨਾ ਜਿਹੜਾ ਨਾ ਉਹ ਲੜਾਈ 'ਚ ਆਏ। ਔਰ ਇਹ ਆ ਅਸਲ ਦੇ ਵਿੱਚ ਮਸਲਾ ਭਾਜਪਾ ਕਾਨਾ ਜੀ, ਦਾ। ਸੰਸਦ ਦੇ ਵਿੱਚ ਬੋਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਵਿਰੋਧੀ ਧਿਰ ਨੂੰ? ਸਵਾਲ ਤਾਂ ਇਹ ਹੈ ਕਿ ਜਮਹੂਰੀਅਤ ਦੇ ਅੰਦਰ, ਸਾਡੇ ਸੰਵਿਧਾਨ ਦੇ ਅੰਦਰ ਇਸ ਗੱਲ ਦੀ ਵਿਵਸਥਾ ਹੈ ਕਿ ਸਟਰੋਂਗ ਜੇ ਵਿਰੋਧੀ ਧਿਰ ਹੋਏਗੀ ਤਾਂ ਹੀ ਸਾਡੀ ਜਮਹੂਰੀਅਤ ਜਿਹੜੀ ਆ ਪੱਕੇ ਪੈਰੀਂ ਅੱਗੇ ਵਧ ਸਕਦੀ ਹੈ। ਪਰ ਅਸੀਂ ਦੇਖਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ, ਜਦੋਂ ਤੋਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਕੇਂਦਰ 'ਚ, ਕਿ ਉੱਥੇ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਔਰ ਇਸ ਦੇ ਸੰਬੰਧ ਵਿੱਚ ਬਕਾਇਦਾ ਜਿਹੜੇ ਭਾਰਤ ਦੇ ਚੀਫ ਜਸਟਿਸ ਨੇ NV ਰਮਾਨਾ, ਉਹਨਾਂ ਨੇ ਵੀ ਪਿਛਲੇ ਦਿਨੀ ਜੈਪੁਰ 'ਚ ਬੋਲਦਿਆਂ ਇਹ ਗੱਲ ਕਹੀ ਸੀ ਕਿ ਇਹ ਬੜੇ ਮੰਦਭਾਗੀ ਗੱਲ ਹੈ ਕਿ ਸਾਡੇ ਇੱਥੇ ਜਿਹੜੇ ਬਿੱਲ ਆ ਉਹ ਬਿਨਾਂ ਕਿਸੇ ਵਿਚਾਰ ਵਟਾਂਦਰੇ ਤੋਂ ਪਾਸ ਕੀਤੇ ਜਾ ਰਹੇ ਆ ਤੇ ਇਹ ਸਾਡੀ ਜਮਹੂਰੀਅਤ ਨੂੰ ਕਮਜ਼ੋਰ ਕਰ ਰਹੀਆਂ ਇਹ ਚੀਜ਼ਾਂ। ਇਹ ਠੀਕ ਆ ਕਿ ਜਸਟਿਸ ਰਮਨਾ ਨੇ ਇਹ ਵੀ ਬੜਾ ਕਲੀਅਰ ਕਿਹਾ ਕਿ ਜਿਹੜੀ ਵਿਰੋਧੀ ਧਿਰ ਆ ਉਹਦੇ ਵਾਸਤੇ ਸਪੇਸ ਘਟਦੀ ਜਾ ਰਹੀ ਆ। ਔਰ ਇਹ ਠੀਕ ਹੈ ਗੱਲ, ਲੇਕਿਨ ਇਹ ਤੇ ਟਿੱਪਣੀ ਤੁਸੀਂ ਪਹਿਲਾਂ ਖੁਦ ਕਰ ਹਟੇ ਹੋ ਕਿ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਆ ਕਿ ਵਿਰੋਧੀ ਧਿਰ ਹੋਵੇ ਹੀ ਨਾ। ਰੀਜਨਲ ਪਾਰਟੀਆਂ ਜਿਹੜੀਆਂ ਹੁਣ ਇਸ ਵੇਲੇ ਬੋਲਦੀਆਂ ਕੁਸਕਦੀਆਂ ਨੇ, ਸਟੇਟਾਂ ਤੇ ਕਬਜ਼ਾ ਕਰਕੇ ਬੈਠੀਆਂ, ਉਹਨਾਂ ਨਹੀਂ ਦਾ ਚਾਨਾ ਜੀ, ਇਹ ਤਾਂ ਉਹਨਾਂ ਦੀ ਹੈ ਨਾ। ਵਿਸ਼ਫੁਲ ਥਿੰਕਿੰਗ ਆ ਨਾ ਕਿ ਹਿੰਦੁਸਤਾਨ ਦੇ ਲੋਕਾਂ ਨੇ ਇਹ ਚੀਜ਼ਾਂ ਕਦੇ ਬਰਦਾਸ਼ਤ ਨਹੀਂ ਕੀਤੀਆਂ। ਅਸੀਂ ਦੇਖਿਆ ਹੈ ਕਿ ਪਿਛਲੇ ਸਮੇਂ ਦੇ ਅੰਦਰ ਜਿੰਨੀ ਵਾਰੀ ਵੀ ਇਸ ਢੰਗ ਨਾਲ ਜਿਸ ਵੀ ਸਰਕਾਰ ਨੇ, ਜਿਸ ਵੀ ਲੀਡਰ ਨੇ, ਜਿਸ ਵੀ ਪ੍ਰਧਾਨ ਮੰਤਰੀ ਨੇ ਦਬਾਉਣ ਦਾ ਯਤਨ ਕੀਤਾ ਹੈ ਤਾਂ ਲੋਕਾਂ ਨੇ ਉਹਦਾ ਮੋੜਵਾਂ ਜਵਾਬ ਦਿੱਤਾ। ਬੇਸ਼ੱਕ ਉਹ ਸਹਿਜ ਨਾਲ ਦਿੱਤਾ, ਚਾਹੇ ਉਹ ਐਮਰਜੈਂਸੀ ਹੋਵੇ, ਚਾਹੇ ਅਸੀਂ ਪੰਜਾਬ ਦੇਖਦੇ ਹਾਂ, ਚਾਹੇ ਹੋਰ ਥਾਵਾਂ ਦੇ ਉੱਤੇ। ਸੋ ਇਸ ਕਰਕੇ ਅਸੀਂ ਇਸ ਗੱਲ ਨੂੰ ਤਾਂ ਇਹ ਮੰਨਦੇ ਆ ਕਿ ਵੀ ਉਹ ਇਹ ਚਾਹੁੰਦੀ ਆ, ਪਰ ਇਹ ਉਹਨਾਂ ਦੀ ਵਿਸ਼ਫੁਲ ਥਿੰਕਿੰਗ ਹੈ। ਕੀ ਲੋਕ ਏਦਾਂ ਹੋਣ ਦੇਣਗੇ? ਨਹੀਂ, ਇਹ ਅਗਲਾ ਇੱਕ ਇੱਕ ਕਰਕੇ ਗੱਲ ਲੈਂਦੇ ਆ। ਪਹਿਲਾਂ ਇਹ ਜੀ ਗੱਲ ਜੀ। ਕਿ ਇਹ ਭਾਰਤੀ ਜਨਤਾ ਪਾਰਟੀ ਦੀ ਤਾਂ ਇਹ ਪਾਲਿਸੀ ਆ, ਉਹ ਪਾਲਿਸੀ ਆ ਜਿਹੜੀ ਜਮਹੂਰੀਅਤ ਦੇ ਹੱਕ ਦੇ ਵਿੱਚ ਜਾਂ ਜਮਹੂਰੀਅਤ ਨੂੰ ਸਟਰੈਂਥਨ ਕਰਨ ਵਾਲੀ ਨਹੀਂ ਹੈ। ਔਰ ਇਹਦੇ ਬਿਲਕੁਲ ਠੀਕ। ਹਾਂ ਬਿਲਕੁਲ ਇਹਦੇ ਠੀਕ। ਹਾਂ ਇਹਦੇ ਉੱਤੇ ਆਪਾਂ ਵਿਚਾਰ ਕਰੀਏ, ਬਹੁਤਾ ਟਾਈਮ ਲਾਈਏ, ਉਹ ਤਾਂ ਬੜਾ ਕਲੀਅਰ ਆ ਕਿਉਂਕਿ ਇਹ ਉਹਨਾਂ ਦੀ ਨੀਤੀ ਆ। ਔਰ ਉਹਦੇ ਨਾਲ ਯੁੱਧ ਕਿਵੇਂ ਕਰਨਾ ਹੈਗਾ, ਉਹਦੇ ਖਿਲਾਫ ਉਸ ਨੂੰ ਜਮਹੂਰੀਅਤ ਨੂੰ ਕਾਇਮ ਰੱਖਣ ਦੇ ਲਈ ਕੀ ਕਰਨ ਦੀ ਲੋੜ ਹੈਗੀ ਆ, ਉਹ ਇਸ ਵੇਲੇ ਵਿਰੋਧੀ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੂੰ ਡਿਸਕਸ਼ਨ ਦੇ ਵਿੱਚ ਲਿਆਉਣਾ ਚਾਹੀਦਾ ਕਿ ਤੁਸੀਂ ਕੱਲੇ ਪਹਿਲਾਂ 4 ਜਾਣੇ ਗਏ ਮੁਅੱਤਲ ਹੋ ਗਏ, ਫਿਰ 19 ਜਾਣੇ ਗਏ ਮੁਅੱਤਲ ਹੋ ਗਏ। ਉਹਨਾਂ ਨੇ ਏਕਤਾ ਕਰਕੇ ਇੱਕ ਮੁੱਠ ਹੋ ਕੇ ਇਹਨਾਂ ਮਸਲਿਆਂ ਨੂੰ ਸਾਂਝੇ ਤੌਰ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਿਉਂ ਨਹੀਂ ਉਠਾਇਆ। ਔਰ ਇਸ ਤਰ੍ਹਾਂ ਵਿਰੋਧੀ ਪਾਰਟੀਆਂ ਜਿੱਦਾਂ ਪਹਿਲਾਂ ਵੀ
ਜਦੋਂ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ ਰੀਜਨਲ ਪਾਰਟੀਆਂ ਆਪਸ ਵਿੱਚ ਇਕੱਠੇ ਹੋਣ ਦਾ ਯਤਨ ਕਰ ਰਹੀਆਂ ਔਰ ਉਹਨਾਂ ਨੇ ਕਈ ਜਗ੍ਹਾ ਤੇ ਇੱਕ ਦੂਜੇ ਦੇ ਜਾਂ ਸਟੇਟਾਂ ਦੇ ਵਿੱਚ ਜਾ ਕੇ ਜਾਂ ਦਿੱਲੀ ਜਾਂ ਪੰਜਾਬ ਜਾ ਕੇ ਇਹਦਿਆਂ ਦੇ ਕੁਝ ਜਾ ਕੇ ਮੀਟਿੰਗਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਏਕਤਾ ਕੀਤੀ ਜਾਏ। ਉਹਦੇ ਵਿੱਚੋਂ ਕਾਂਗਰਸ ਹੈ ਜਿਹੜੀ ਉਹਨੂੰ ਨਾਲ ਉਸ ਗਰੁੱਪ ਦੇ ਵਿੱਚ ਲਿਆ ਜਾਏ ਨਾ ਲਿਆ ਜਾਏ ਇਹ ਅਜੇ ਸ਼ੱਕੀ ਚੱਲ ਰਿਹਾ। ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ ਕਿ ਜਦੋਂ ਹੁਣ ਇਹ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਤੁਸੀਂ ਉਹੀ ਮੁੱਦੇ ਲੈ ਕੇ ਲੜਨਾ ਚਾਹੁੰਦੇ ਹੋ, ਤੁਸੀਂ ਇੱਕ ਹੋ ਕੇ ਕਿਉਂ ਨਹੀਂ ਲੜਨਾ ਚਾਹੁੰਦੇ। ਪਹਿਲਾਂ ਤਾਂ ਸਭ ਤੋਂ ਵੱਡਾ ਮਸਲਾ ਇਹੀ ਆ ਕਿ ਜਿਨ੍ਹਾਂ ਦੇ ਵਿਰੋਧੀ ਪਾਰਟੀਆਂ ਖੁਦ ਇਕਮੁੱਠ ਨਹੀਂ ਹੁੰਦੀਆਂ, ਇਹਨਾਂ ਦਾ ਜਿਹੜਾ ਰੋਲ ਹੈਗਾ ਜਮਹੂਰੀਅਤ ਨੂੰ ਸਟਰੈਂਥਨ ਕਰਨ ਦੇ ਵਿੱਚ ਉਹ ਘਟ ਜਾਏਗਾ ਔਰ ਉਹ ਘਟਦਾ ਹੀ ਜਾਏਗਾ ਜਿੰਨਾ ਚਿਰ ਇਹ ਇਕਮੁੱਠ ਹੋ ਕੇ ਨਹੀਂ ਲੜਦੀਆਂ। ਨੰਬਰ 2, ਤੁਸੀਂ ਬਹੁਤ ਹੀ ਵਧੀਆ ਜਿਹੜੀ ਗੱਲ ਕੀਤੀ ਉਹ ਇਹ ਆ ਕਿ ਪਿਛਲਾ ਇਤਿਹਾਸ ਹੈ ਜਿਹੜਾ, ਚਾਹੇ ਸਾਡੇ ਦੇਸ਼ ਦਾ ਚਾਹੇ ਦੂਸਰੇ ਦੇਸ਼ਾਂ ਦਾ, ਤੁਸੀਂ ਇਹ ਦੇਖੋ ਕਿ ਲੋਕ ਅਸਲ ਦੇ ਵਿੱਚ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਦੇ। ਬਹੁਤੀ ਦੇਰ ਜਿਹੜਾ ਲੋਕ ਆ ਉਹ ਆਪਣੀਆਂ ਜਿਹੜੀਆਂ ਪ੍ਰਤੀਨਿਧ ਪਾਰਟੀਆਂ ਉਹਨਾਂ ਵੱਲ ਹੀ ਨਹੀਂ ਫਿਰ ਦੇਖਦੇ ਰਹਿੰਦੇ ਕਿ ਵੀ ਉਹ ਸਾਨੂੰ ਲੀਡ ਕਰਕੇ ਸਾਡੇ ਮਸਲੇ ਹੱਲ ਕਰਦੀਆਂ ਕਿ ਨਹੀਂ ਕਰਦੀਆਂ। ਹੁਣ ਅਸਲ ਮਸਲਾ ਕੀ ਆ? ਅਸਲ ਮਸਲਾ ਇਹ ਆ ਕਿ ਵਿਰੋਧੀ ਪਾਰਟੀਆਂ ਦਾ ਸੰਸਦ ਦੇ ਅੰਦਰ ਜਿਹੜੀ ਲੜਾਈ ਹੈਗੀ ਆ ਉਹ ਏਦਾਂ ਦੀ ਇੱਕ ਦੂਜੇ ਦੇ ਨਾਲ ਇਕੱਠੇ ਹੋ ਕੇ ਲੜਨ ਵਾਲੀ ਨਹੀਂ। ਸੰਸਦ ਦੇ ਅੰਦਰ ਲੜਾਈ ਤਾਂ ਲੜੀ ਜਾਂਦੀ ਹੁੰਦੀ ਆ, ਤਾਂ ਲੜਾਈ ਲੜੀ ਜਾ ਸਕਦੀ ਹੁੰਦੀ ਆ ਜੇਕਰ ਬਾਹਰ ਲੋਕਾਂ ਦਾ ਅੰਦੋਲਨ ਹੋਵੇ। ਇਹ ਅੱਜ ਰਾਤੋਂ ਰਾਤ ਤੇ ਮਸਲੇ ਪੈਦਾ ਨਹੀਂ ਹੋਏ। ਮਹਿੰਗਾਈ, GST, ਬੇਰੁਜ਼ਗਾਰੀ ਔਰ ਲੋਕਾਂ ਦੀ ਸਿਹਤ ਦਾ ਮਸਲਾ ਔਰ ਅਗਨੀਪਥ ਦਾ ਮਸਲਾ, ਚਲੋ ਇਹ ਥੋੜਾ ਲੇਟ ਆਇਆ। ਇਹ ਸਾਰੇ ਮਸਲੇ ਜਿਹੜੇ ਆ ਇਹ ਇੰਨੇ ਸਾਲਾਂ ਤੋਂ ਇਹਨਾਂ ਦੇ ਉੱਤੇ ਵਿਰੋਧੀ ਧਿਰ ਨੇ, ਜਦੋਂ ਪਤਾ ਸੀ ਕਿ ਹਮਲਾ ਬੜਾ ਜ਼ਬਰਦਸਤ ਕੀਤਾ ਜਾ ਰਿਹਾ, ਤੇ ਵਿਰੋਧੀ ਧਿਰ ਨੇ ਇਕੱਠੇ ਹੋ ਕੇ ਅੰਦੋਲਨ ਕਿਉਂ ਨਾ ਲੜਿਆ। ਉਹ ਅੰਦੋਲਨ ਬਾਹਰ ਚੱਲਦਾ ਜੇ ਹੁੰਦਾ ਤੇ ਅੰਦਰ ਉਹਨਾਂ ਦੀ ਆਵਾਜ਼ ਸੁਣੀ ਜਾਂਦੀ। ਹੁਣ ਉਹਨਾਂ ਨੂੰ ਵੀ ਪਤਾ ਆ ਕਿ ਵੀ ਇਹਨਾਂ ਦੇ ਪਿੱਛੇ ਕੋਈ ਅੰਦੋਲਨ ਖੜਾ ਨਹੀਂ ਕੀਤਾ ਹੋਇਆ ਇਹਨਾਂ ਨੇ, ਜਾਂ ਲੋਕ ਇਹਨਾਂ ਨੂੰ ਅਜੇ ਉਸ ਤਰ੍ਹਾਂ ਆਪਣੇ ਪ੍ਰਤੀਨਿਧ ਮੰਨ ਨਹੀਂ ਰਹੇ। ਇਸ ਕਰਕੇ ਚਾਹੇ ਉਹਨਾਂ ਨੂੰ ਬਾਹਰ ਕੱਢ ਦੇਣ ਚਾਹੇ ਉਹਨਾਂ ਨੂੰ ਅੰਦਰ ਬੈਠੇ ਰਹਿਣ ਦੇਣ, ਉਹਦਾ ਕੋਈ ਬਹੁਤਾ, ਜੇ ਉਹ ਬਹਿਸ ਕਰਕੇ ਮਸਲੇ ਉਭਾਰਨੇ ਹੀ ਹੁੰਦੇ ਹਨ ਕਿ ਲੋਕ ਆਹ ਕਹਿੰਦੇ ਆ ਮਹਿੰਗਾਈ ਆ, GST ਲਾ ਦਿੱਤੀ ਆ, ਲੱਸੀ ਦਹੀਂ ਤੇ ਵੀ ਲਾ ਦਿੱਤੀ ਆ, ਹਨਾ। ਹੁਣ ਵਾਲਾ ਇਸ ਹੱਦ ਤੱਕ ਜਿਹੜੀਆਂ ਗੱਲਾਂ ਦਾ ਉਹ ਖੁਦ ਭਾਰਤੀ ਜਨਤਾ ਪਾਰਟੀ ਵਿਰੋਧ ਕਰਦੀ ਰਹੀ ਆ, ਉਹਨਾਂ ਹੀ ਕੰਮਾਂ ਨੂੰ ਖੁਦ ਅਮਲ ਦੇ ਵਿੱਚ ਜਿਹੜਾ ਨਾ ਉਹ ਲਿਆ ਰਹੀ ਆ। ਇਸ ਤਰ੍ਹਾਂ ਆ ਕਿ ਇੱਕ 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 ਕਿਤਾਬ ਬਣੀ ਹੋਈ ਆ ਕਿ ਜਦੋਂ ਅਸੀਂ ਵਿਰੋਧ 'ਚ ਹੋਈਏ ਤਾਂ ਆਹਾ ਲਫ਼ਜ਼ ਬੋਲਣੇ ਆ, ਜਦੋਂ ਅਸੀਂ ਰਾਜ 'ਚ ਆ ਜਾਈਏ ਤਾਂ ਫਿਰ ਏਦਾਂ ਕਰਨਾ ਹੈਗਾ। ਹੁਣ ਇਹੀ ਜੇ ਤੁਸੀਂ ਜਿਹੜਾ 2011 ਦਾ ਅਰੁਣ ਜੇਤਲੀ ਦਾ ਜਿਹੜਾ ਭਾਸ਼ਣ ਜਿਹੜਾ ਅੱਜ ਕੱਲ੍ਹ ਕੋਟ ਵੀ ਕੀਤਾ ਜਾ ਰਿਹਾ, ਜੇ ਤੁਸੀਂ ਉਹਨੂੰ ਦੇਖੋ ਤਾਂ ਉਹਦੀ ਬੋਲੀ ਉਹੀ ਆ, ਉਹਦੇ ਨਾਲੋਂ ਤਿੱਖੀ ਆ ਜਿਹੜੀ ਹੁਣ ਵਿਰੋਧੀ ਪਾਰਟੀਆਂ ਜਿਹੜੀਆਂ ਉਹ BJP ਨੂੰ ਕਹਿ ਰਹੀਆਂ। ਉਹ ਕੀ ਹੈ ਕਹਿੰਦਾ ਕਿ ਸਰਕਾਰਾਂ ਜਿਹੜੀਆਂ ਲੋਕਾਂ ਦੇ ਮਸਲਿਆਂ ਨੂੰ ਭਟਕਾਉਣ ਦੇ ਵਾਸਤੇ ਹੋਰ ਹੀ ਮਸਲਿਆਂ ਦੇ ਉੱਤੇ ਜਿਹੜਾ ਨਾ ਉਹ ਸੰਸਦ ਦੀ ਕਾਰਵਾਈ ਚਲਾਉਂਦੀਆਂ ਆ ਔਰ ਬਹਿਸ ਕਰਾਉਂਦੀਆਂ ਆ, ਔਰ ਵਿਰੋਧੀ ਧਿਰ ਦਾ ਇਹ ਫਰਜ਼ ਬਣਦਾ ਆ ਕਿ ਉਹ ਉਹਦੇ ਵਿੱਚ ਵਿਘਨ ਪਾਵੇ। ਉਹ ਕਹਿੰਦਾ ਇਹ ਜਮਹੂਰੀਅਤ ਦੀ ਡਿਮਾਂਡ ਆ, ਮੰਗ ਹੈਗੀ ਆ ਕਿ ਉਹ ਸੰਸਦ ਦੀ ਕਾਰਵਾਈ ਦੇ ਵਿੱਚ ਵਿਰੋਧੀ ਧਿਰ ਵਿਘਨ ਪਾਵੇ। ਇਹ ਜੇਤਲੀ ਸਾਹਿਬ 2011 ਚ ਕਹਿੰਦੇ ਹਨਾ, ਕਿਉਂਕਿ ਉਦੋਂ ਆਪਣੀ ਸਰਕਾਰ ਨਹੀਂ ਸੀਗੀ। ਹੁਣ ਜਦੋਂ ਉਹ ਕਹਿੰਦੇ ਆ ਤਖਤੀ ਲੈ ਕੇ, ਕਹਿੰਦੇ ਕੀ ਜੀ ਤਖਤੀ ਲੈ ਕੇ ਤੁਸੀਂ ਪਾਰਲੀਮੈਂਟ ਦੇ ਸਦਨ ਦੇ ਵਿੱਚ ਆ ਗਏ ਹੋ, ਇਹਦੀ ਮਨਾਹੀ ਆ। ਕਿਹੜਾ ਤਰੀਕਾ ਅਖਤਿਆਰ ਕਰਦੇ ਕਿਹੜਾ ਨਹੀਂ, ਉਹਨਾਂ ਤੇ ਲਿਖਿਆ ਕੀ ਹੋਇਆ ਸੀ ਤਖਤੀ ਤੇ? ਮੈਂ ਤਾਂ ਪੜ੍ਹਿਆ ਕਿ ਵੀ ਉੱਤੇ ਮਹਿੰਗਾਈ ਲਿਖਿਆ ਹੋਇਆ ਸੀਗਾ ਹਨਾ, ਜਿਹੜਾ ਕਿ ਨਜ਼ਰ ਆਉਂਦਾ ਕੈਮਰੇ ਦੇ ਵਿੱਚ, ਔਰ ਉਹਦੇ ਵਿੱਚ ਕੋਈ GST ਜਾਂ ਨਾਅਰੇ ਜਿਹੜੇ ਲਾਏ ਉਹਨਾਂ ਨੇ ਹਨਾ। ਉਹ ਮਸਲੇ ਉਹ ਜਿਹੜੇ ਆਪ ਖੁਦ BJP ਦੇ ਜਿਹੜੇ ਨਾ ਪਿਛਲੇ ਪਾਰਲੀਮੈਂਟ ਦੇ ਜਿਹੜੇ ਦੇਖੀਏ ਤਾਂ ਇਹਨਾਂ ਨੇ ਵੀ ਬਹੁਤ ਸਮਾਂ ਕਾਰਵਾਈਆਂ ਉਦੋਂ ਚੱਲਣ ਨਹੀਂ ਦਿੱਤੀਆਂ ਸੀਗੀਆਂ। ਜਾਣੀ ਸਿਲੰਡਰ ਮੋਢਿਆਂ ਤੇ ਰੱਖ ਕੇ ਨਾ ਇਹਨਾਂ ਨੇ ਬਾਹਰ ਵੀ ਅੰਦਰ ਵੀ, ਔਰ ਚਲੋ ਅੰਦਰ ਸਿਲੰਡਰ ਨਹੀਂ ਹੈ ਨਾ, ਲੇਕਿਨ ਉਹ ਮਸਲੇ ਇਹ ਚਲਾਈ ਵਿਘਨ ਪਾਇਆ। ਹੁਣ ਜੇ ਉਹ ਕਹਿੰਦੇ ਆ ਕਿ ਸਰਕਾਰ ਦੇ ਜਦੋਂ ਗੱਲ ਨਹੀਂ ਸੁਣਦੀ, ਲੋਕਾਂ ਦੇ ਮਸਲਿਆਂ ਨੂੰ ਬਹਿਸ 'ਚ ਨਹੀਂ ਲਿਆਉਂਦੀ, ਤਾਂ ਫਿਰ ਵਿਰੋਧੀ ਧਿਰ ਵੱਲੋਂ ਉਹਦੇ 'ਚ ਵਿਘਨ ਪਾਉਣਾ ਜਮਹੂਰੀਅਤ ਦੀ ਮੰਗ ਹੈਗੀ ਆ ਹਨਾ। ਇਸੇ ਤਰ੍ਹਾਂ ਹੀ ਜਿਹੜਾ ਨਾ
ਹੁਣ ਜਦੋਂ ਅਸੀਂ ਇਹ ਇੱਕ ਖਾਸ ਗੱਲ ਹੈਗੀ ਹੈ ਪਰ ਇਹ ਕਿ ਜ਼ਰੂਰ ਹੈ ਫਿਰ ਕਿ ਚਾਹਨਾ ਜੀ ਇੱਥੇ ਵਿਰੋਧੀ ਧਿਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਕੱਠੇ ਹੋ ਕੇ ਇਹ ਸਾਰਾ ਕੰਮ ਕਰੇ, ਕਿਉਂਕਿ ਜਿਸ ਢੰਗ ਨਾਲ ਵਿਰੋਧੀ ਧਿਰ ਇਸ ਵੇਲੇ ਚੱਲ ਰਹੀ ਹੈ ਤਾਂ ਉਹ ਗੱਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਠੀਕ ਬੈਠ ਰਹੀ ਹੈ। ਉਹਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਇਸ ਤਰ੍ਹਾਂ ਹੀ ਰਹੇ। ਹਾਂ, ਨਹੀਂ, ਉਹ ਭਾਰਤੀ ਜਨਤਾ ਪਾਰਟੀ ਜਿਹੜਾ ਨਾ ਕੰਮ ਕਰੇਗੀ ਤੇ ਥੱਲਿਓਂ ਫਿਰ ਹੁਣ ਲੋਕ ਕਰਨਗੇ। ਇਹ ਇਦਾਂ ਇਹ ਬਹੁਤਾ ਦੇਰ ਇਕੱਲੇ ਨਹੀਂ ਲੜ ਸਕਦੇ, ਔਰ ਇਹ ਬਹੁਤਾ ਇਕੱਲੇ ਮਾਰ ਖਾਈ ਜਾਣਗੇ, ਹਨਾ। ਮਾਰ, ਕਿਉਂਕਿ ਲੋਕ ਤਾਂ ਇਹ ਸਮਝਦੇ ਆ ਨਾ ਕਿ ਮਸਲਾ ਉਹਨਾਂ ਨੇ ਵੀ ਸਾਡਾ ਹੀ ਉਠਾਇਆ ਸੀਗਾ, ਮਸਲਾ ਇਹਨਾਂ ਨੇ ਵੀ ਸਾਡਾ ਹੀ ਉਠਾਇਆ ਸੀਗਾ। ਹੁਣ ਉਹ ਬਾਹਰ ਆਇਆਂ ਨੂੰ ਇੱਕ ਵਾਰੀ ਜ਼ਰੂਰ ਪੁੱਛਣਗੇ, ਤੁਸੀਂ ਇਹ ਗੱਲ ਇਕੱਠੇ ਹੋ ਕੇ ਕਿਉਂ ਨਾ ਕੀਤੀ ਅੰਦਰ, ਹਨਾ। ਤੁਸੀਂ ਇੱਕੋ ਵਾਰੀ ਤੁਹਾਨੂੰ ਸਾਰਿਆਂ ਨੂੰ ਮੁਅੱਤਲ ਕਿਉਂ ਨਾ ਕੀਤਾ ਗਿਆ, ਤੁਸੀਂ ਵਾਰੀ ਇਸ ਕਰਕੇ ਏਕਤਾ ਦਾ ਇੱਕ ਪ੍ਰੋਸੈਸ ਆ ਜਿਹੜਾ ਉਹ ਅਮਲ ਦੇ ਵਿੱਚੋਂ ਦੀ ਹੁਣ, ਕਿਉਂਕਿ ਇਹਨਾਂ ਨੇ ਵਿਰੋਧ ਕਾਫੀ ਆਪਣੇ ਖੜੇ ਕਰ ਲਿਆ ਹੋਇਆ ਪਿਛਲੇ ਸਾਰੇ ਸਮੇਂ ਦੇ ਵਿੱਚ। ਕਿਤੇ ਰੀਜਨਲ ਕਾਰਨ ਹੈਗੇ ਆ ਉਹਦੇ, ਕਈਆਂ ਦੇ ਕੋਈ ਹੋਰ ਕਾਰਨ ਹੈਗੇ ਆ, ਰਾਜਨੀਤਿਕ ਹੈਗੇ ਆ, ਔਰ ਕਈਆਂ ਦੇ ਦੂਸਰੇ ਤਰ੍ਹਾਂ ਦੇ ਹੈਗੇ, ਸੱਭਿਆਚਾਰਕ ਹੈ। ਇਸ ਕਰਕੇ ਇਹਨਾਂ ਦਾ ਏਕਤਾ ਜਿਹੜੀ ਹੋਣੀ ਆ ਉਹ ਏਦਾਂ ਅਮਲ ਦੇ ਵਿੱਚ ਹੋਣੀ ਆ। ਔਰ ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਜੋ ਕੁਝ ਵਾਪਰਿਆ ਹੈਗਾ, ਇਹ ਇਸ ਦੀ ਇੱਕ ਸ਼ੁਰੂਆਤ ਹੈ। ਇਹਨਾਂ ਨੂੰ ਇੱਕ ਸ਼ੀਸ਼ਾ ਦਿਖਾਇਆ ਗਿਆ ਆ ਪਾਰਲੀਮੈਂਟ ਵੱਲੋਂ ਕਿ ਤੁਸੀਂ ਕੱਲੇ ਕਿਉਂ ਲੜ ਰਹੇ ਹੋ। ਇੱਕ ਸਵਾਲ ਖੜਾ ਹੋ ਗਿਆ ਹੁਣ, ਕੱਲੇ ਕਿਉਂ ਲੜ ਰਹੇ ਹੋ। ਦੂਜਾ ਇਹ ਕਿ ਅੰਦਰ ਤੁਹਾਡੀ ਕਿਸੇ ਨੇ ਨਹੀਂ ਸੁਣਨੀ ਜਿੰਨੀ ਦੇਰ ਤੁਸੀਂ ਬਾਹਰ ਕੋਈ ਅੰਦੋਲਨ ਨਾ ਕੀਤਾ, ਕਿਉਂਕਿ ਲੋਕ ਤਾਂ ਦੁਖੀ ਹੈਗੇ ਆ, ਲੋਕ ਅੰਦੋਲਨ ਕਰਨਗੇ, ਲੇਕਿਨ ਉਹ ਕਿਹਨੂੰ ਆਪਣਾ ਆਗੂ ਮੰਨਣ, ਕਿਹੜਾ ਉਹਨਾਂ ਨੂੰ ਆਰਗੇਨਾਈਜ਼ ਕਰੇ। ਸਪੋਨਟੇਨੀਅਸ ਹੋਊਗਾ ਤੇ ਇੱਕ ਕਿਆਸ ਕਿਸਮ ਦੀ ਜਿਹੜੀ ਨਾ ਉਹ ਚੀਜ਼ ਪੈਦਾ ਹੁੰਦੀ, ਜਿਹੜੀ ਕੌਮ ਲਈ, ਨਾ ਦੇਸ਼ ਲਈ, ਕਿਸੇ ਲਈ ਵੀ ਠੀਕ ਨਹੀਂ ਹੁੰਦੀ। ਇੱਕ ਸੂਤਰਬੱਧ ਢੰਗ ਦੇ ਨਾਲ ਕੋਈ ਅੰਦੋਲਨ ਖੜਾ ਹੋਵੇ, ਲੇਕਿਨ ਉਹ ਦੇ ਮਿਸਿੰਗ ਹੋਣ ਕਰਕੇ ਇਹ ਜਿਹੜੀਆਂ ਮੁਅੱਤਲੀਆਂ ਹੋਈਆਂ ਆ, ਔਰ ਇਹਦੀ ਸਾਰਿਆਂ ਨੇ ਨਿੰਦਾ ਕੀਤੀ ਆ। ਔਰ ਸਾਡੇ ਕੀ ਨਾਮ ਹੈ, ਦਿਮਾਗ 'ਚ ਨਹੀਂ ਆ ਰਿਹਾ, ਕਿਹਾ ਇਹ ਗਿਆ ਕਿ ਜੀ ਅਸਲ ਦੇ ਵਿੱਚ ਕੀ ਆ ਕਿ ਜਮਹੂਰੀਅਤ ਮੁਅੱਤਲ ਕਰ ਦਿੱਤੀ ਗਈ ਹੈ। ਔਰ ਬੜਾ ਢੁਕਵਾਂ ਸ਼ਬਦ ਵਰਤਿਆ ਹੈਗਾ ਇੱਕ MP ਦੇ ਵੱਲੋਂ, ਹਨਾ। ਜੀ ਇਹ ਜੀ ਇੱਕ ਜੀ। ਤੇ ਇਹ ਅਸਲ ਵਿੱਚ ਜਮਹੂਰੀਅਤ, ਇਹ ਵੀ ਲਫ਼ਜ਼ ਵਰਤੇ ਗਿਆ ਕਿ ਜੀ ਸੰਸਦ ਮੁਲਤਵੀ ਕਰ ਦਿੱਤੀ। ਹਾਂ, ਤੇ ਅਚਾਨਕ ਜਮਹੂਰੀਅਤ ਮੁਅੱਤਲ ਕਰ ਦਿੱਤੀ ਗਈ। ਆਪਾਂ ਇਸ ਤੋਂ ਅੱਗੇ ਹੁਣ ਆਪਣੇ ਅਗਲੇ ਸਵਾਲ ਵੱਲ ਵੜਦੇ ਹਾਂ। ਉਹ ਵੀ ਇਸੇ ਨਾਲ ਹੀ ਜੁੜ ਜਾਂਦਾ ਹੈ ਕਿ ਜਿਸ ਢੰਗ ਦੇ ਨਾਲ ਕੇਂਦਰ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਜਾਂ ਉਹਦੀ ਦੁਰਵਰਤੋਂ ਹੋ ਰਹੀ ਹੈ, ਤਾਂ ਉਸ ਦੇ ਨਾਲ ਉਹਨਾਂ ਨੇ ਖੇਤਰੀ ਪਾਰਟੀਆਂ ਦਾ ਵੀ ਜਿਹੜਾ ਆਧਾਰ ਹੈ, ਖੇਤਰੀ ਪਾਰਟੀਆਂ ਦੀ ਜਿਹੜੀ ਪੈਰਾਂ ਹੇਠ ਜ਼ਮੀਨ ਹੈ, ਉਸ ਨੂੰ ਵੀ ਖਿੱਚਣ ਦਾ ਯਤਨ ਕੀਤਾ ਹੈ। ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਅੰਦਰ ਹੁਣ ਜਿਸ ਤਰ੍ਹਾਂ ਕੇਂਦਰੀ ਏਜੰਸੀ ਜਿਹੜੀ ED ਹੈ ਜਾਂ CBI ਹੈ ਜਾਂ ਇਨਕਮ ਟੈਕਸ ਡਿਪਾਰਟਮੈਂਟ, ਉਹ ਸਾਰਿਆਂ ਨੇ ਜਿਹੜੀਆਂ ਖੇਤਰੀ ਪਾਰਟੀਆਂ, ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਪੂਰੇ ਜਿਹੜੇ ਰਾਜਾਂ ਦੇ ਵਿੱਚੋਂ 18 ਰਾਜ ਤਾਂ ਇਹੋ ਜਿਹੇ ਆ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਹਕੂਮਤ ਉੱਥੇ ਸੀਟਾਂ ਜਿੱਤ ਕੇ ਬਣਾ ਲਈ ਹੈ, ਜਾਂ ਫਿਰ ਜਿਹੜੀਆਂ ਵਿਰੋਧੀ ਧਿਰ ਵਿੱਚ ਤੋੜ ਭੰਨ ਕਰਕੇ, ਖੇਤਰੀ ਪਾਰਟੀਆਂ ਦੇ ਅੰਦਰ ਤੋੜ ਭੰਨ ਕਰਕੇ ਉੱਥੇ ਆਪਣੀਆਂ ਹਕੂਮਤਾਂ ਕਾਇਮ ਕਰ ਲਈਆਂ। ਤੇ ਬਾਕੀ ਦੀਆਂ ਜਿੱਥੇ ਖੇਤਰੀ ਪਾਰਟੀ ਦੀਆਂ ਹਕੂਮਤਾਂ ਤਾਂ ਉੱਥੇ ਹੁਣ ਨਵੇਂ ਸਿਰੇ ਤੋਂ ਫੇਰ ਯਤਨ ਹੋ ਰਿਹਾ ਹੈ ਕਿ 2024 ਤੋਂ ਪਹਿਲਾਂ ਉੱਥੇ ਉਸ ਪਾਰਟੀ ਦੀ, ਕੇਂਦਰ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਉੱਥੇ ਹਕੂਮਤ ਸਥਾਪਿਤ ਹੋਵੇ। ਅਸੀਂ ਦੇਖਦੇ ਹਾਂ ਕਿ ਤਾਜ਼ਾ ਐਗਜ਼ਾਮਪਲ ਜਿਹੜੀ ਹੈ ਕਿ ਪੱਛਮੀ ਬੰਗਾਲ 'ਚ ਏਡੇ ਵੱਡੇ ਬਹੁਮਤ ਨਾਲ ਜਿੱਤ ਕੇ ਆਈ ਹੋਈ ਹੈ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ। ਤੇ ਉਸ ਦੇ ਜਿਹੜੇ ਸੈਕੰਡ ਇਨ ਕਮਾਂਡ ਸੀਗੇ, ਜਾਂ ਜਿਨ੍ਹਾਂ ਨੂੰ ਮਮਤਾ ਬੈਨਰਜੀ ਤੋਂ ਬਾਅਦ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਸੀ, ਉਸ ਦੇ ਉੱਤੇ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ED ਦੇ ਛਾਪੇ ਪਏ, ਔਰ ਉਸ ਦੇ ED ਕੋਲੋਂ ਜਿਸ ਤਰ੍ਹਾਂ, ਬਹੁਤ ਮਾੜੀ ਗੱਲ ਹੈ ਕਿ 21 ਕਰੋੜ ਜਿਸ ਤਰ੍ਹਾਂ ਫੜੇ ਗਏ, ਜਿਸ ਤਰ੍ਹਾਂ ਦੀ ਉਹ ਕਾਰਵਾਈ ਸਾਹਮਣੇ ਆਈ, ਇਸ ਤਰ੍ਹਾਂ ਹੀ ਜਿਹੜੀ ਨੈਸ਼ਨਲ ਕਾਨਫਰੰਸ ਕਾਂਗਰਸ ਪਾਰਟੀ ਹੈ, ਉਸ ਦੇ ਜਿਹੜੇ ਮੁਖੀ ਹੈ ਸ਼ਰਦ ਪਵਾਰ, ਉਹਨਾਂ ਦੇ ਜਿਹੜੇ ਨੇੜਲੇ ਸਾਥੀ ਹੈ ਨਵਾਬ ਮਲਿਕ ਦੇਸ਼ਮੁਖ, ਉਹਨਾਂ ਨੂੰ ED ਨੇ ਫੜ ਕੇ ਅੰਦਰ ਦਿੱਤਾ ਆ, ਉਹ ਅਜੇ ਉਹਨਾਂ ਦੀ ਜ਼ਮਾਨਤ ਨਹੀਂ ਹੋਈ। ਇਸ ਤਰ੍ਹਾਂ ਹੀ ਸ਼ਿਵ ਸੈਨਾ ਨਾਲ ਕੀਤਾ ਗਿਆ ਕਿ ਉद्धਵ ਠਾਕਰੇ ਜਿਹੜੇ ਆ, ਉਹਨਾਂ ਦਾ ਇਸ ਤਰ੍ਹਾਂ ਦੀ ਅਸਰ ਕੀਤਾ ਗਿਆ ਕਿ ਉਹਨਾਂ ਦੇ ਥੱਲਿਓਂ ਪਾਰਟੀ ਸਾਰੀ ਖਿੱਚ ਲਈ ਗਈ। ਸੋ ਇਹ ਜਿਹੜੀ ਇਹ ਨਵਾਂ ਕਿਸਮ ਦਾ ਰੁਝਾਨ ਜਿਹੜਾ ਖੇਤਰੀ ਪਾਰਟੀਆਂ ਨੂੰ ਤੋੜਨ ਦਾ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਤੁਸੀਂ ਕੀ ਅਰਥ ਲੈਂਦੇ ਹੋ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਇਹਨਾਂ ਰਾਜਾਂ ਦੇ ਅੰਦਰ ਕੀ ਬਣੇਗਾ ਤੇ ਦੇਸ਼ ਦੀ ਸਥਿਤੀ ਜਿਹੜੀ ਹੈ ਉਹ ਕਿਸ ਪਾਸੇ ਨੂੰ ਜਾਏਗੀ? ਉਹ ਅਕਾਲੀ ਦਲ ਜਿਹੜਾ ਜੇ ਰਾਜ 'ਚ ਨਹੀਂ ਹੁੰਦਾ ਸੀ ਤਾਂ ਸਰਕਾਰ ਨੂੰ ਵਕਤ ਪਾ ਕੇ ਰੱਖਦਾ ਸੀ। ਜਦੋਂ ਰਾਜ 'ਚ ਹੁੰਦਾ ਸੀਗਾ ਤੇ ਰਾਜ ਦੇ ਵਿੱਚ ਮਤਲਬ ਬਹੁਤੀ ਦੇਰ ਰਾਜ ਉਹਨਾਂ ਨੇ ਕੀਤਾ ਹੈ ਪੰਜਾਬ ਦੇ ਵਿੱਚ। ਉਸ ਪਾਰਟੀ ਦੀ ਜੋ ਦਸ਼ਾ ਹੋਈ ਆ, ਉਹ ਇਸ ਪਾਰਟੀ ਦੇ ਨਾਲ ਗੱਠਜੋੜ ਕਰਨ ਤੋਂ ਬਾਅਦ ਜਿਹੜਾ ਨਾ ਉਹ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਰੱਦ ਹੀ ਕਰ ਦਿੱਤਾ।
ਔਰ ਦੁਬਾਰਾ ਜਦੋਂ ਚੋਣ ਹੋਈ ਆ ਉਦੋਂ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਵੀ ਤੁਹਾਡੇ ਨਾਲ ਤਾਂ ਅਸੀਂ ਹੈ ਹੀ ਨਹੀਂ ਨਾ, ਬਾਕੀ ਹੋਰ ਦੇਖਾਂਗੇ ਕਿਹੜਾ ਸਾਡਾ ਲੀਡਰ ਬਣਦਾ ਹੈ। ਸੋ ਇਸ ਕਰਕੇ ਇਹ ਜਾਂ ਦੂਸਰੀਆਂ ਹੋਰ ਪਾਰਟੀਆਂ, ਰੀਜਨਲ ਪਾਰਟੀਆਂ। ਦੂਜਾ ਇਹ ਆ ਕਿ ਪਿਛਲੇ ਸਾਰੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਇਹ, ਉਹਦੇ ਵਿੱਚ ਆਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਆ ਕਿ ਸਾਰੇ ਜਿਹੜੇ ਨਾ ਜਿਹੜੇ ਹੱਥਕੰਡੇ, ਸਾਰੇ ਤਰੀਕੇ ਉਹ ਅਪਣਾਏ ਜਾਂਦੇ ਆ ਔਰ ਉਹ ਅਪਣਾਏ ਜਾਣਗੇ। ਕਿਉਂਕਿ ਦੂਸਰਾ ਇਹ ਆ ਕਿ ਰੀਜਨਲ ਪਾਰਟੀਆਂ ਦੇ ਜਾਂ ਦੂਜੀਆਂ ਵੀ ਜਾਂ ਵਿਰੋਧੀ ਪਾਰਟੀ, ਜੇ ਉਹਨਾਂ ਦੇ ਅੰਦਰੋਂ ਈਡੀ ਸੱਚਮੁੱਚ ਹੀ ਕਿਸੇ ਐਸੇ ਨੇਤਾ ਨੂੰ ਪਕੜ ਲੈਂਦਾ ਜਿਹਦੇ ਕੋਲੋਂ ਖਜ਼ਾਨਾ ਨਿਕਲਦਾ ਹੈਗਾ ਆ, ਤਾਂ ਫਿਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹਨਾਂ ਪਾਰਟੀਆਂ ਨੇ ਸਰਵਾਈਵ ਕਰਨਾ ਹੈਗਾ ਤਾਂ ਉਹਨਾਂ ਨੂੰ ਆਪਣੇ ਅੰਦਰ ਲਿਆਉਣ ਵਾਲੇ ਲੀਡਰ ਆ ਜਿਹੜੇ, ਉਹਨਾਂ ਦੀ ਛਾਣਬੀਣ ਵੀ ਪੂਰੀ ਤਰੀਕੇ ਦੇ ਨਾਲ ਕਰਨੀ ਪਿਆ ਕਰੇਗੀ। ਇਹ ਨਹੀਂ ਕਿ ਜੇ ਉਧਰੋਂ ਛੱਡ ਕੇ ਆ ਗਿਆ ਤਾਂ ਇਹਨੂੰ ਲੈ ਲਓ, ਇੱਧਰੋਂ ਛੱਡ ਕੇ ਆਇਆ ਤਾਂ ਇਹਨੂੰ ਲੈ ਲਓ, ਉਹਦੇ 'ਚ ਜਿਹੜੇ ਨੁਕਸ ਹੈਗੇ ਉਹ ਭੁੱਲ ਜਾਓ, ਹਨਾ। ਲੇਕਿਨ ਹੁਣ ਜੇ ਈਡੀ ਨੇ ਛਾਪਾ ਮਾਰਿਆ, ਜੇ ਸੱਚਮੁੱਚ ਨਿਕਲਿਆ ਉੱਥੋਂ ਕੁਛ, ਤਾਂ ਫਿਰ ਉਹ ਵੀ ਉਹਨੂੰ ਕੋਈ ਨਹੀਂ ਕਹਿ ਸਕਦਾ ਕਿ ਵੀ ਇਹ ਕਿਉਂ ਇੰਨਾ ਧਨ ਇਕੱਠਾ ਕੀਤਾ ਸੀਗਾ। ਹੁਣ ਨਹੀਂ, ਜਿੱਦਾਂ ਇਹ ਮਮਤਾ ਬੈਨਰਜੀ ਨੂੰ ਕਹਿਣਾ ਪਿਆ ਕਿ ਜੇ ਉਹ ਗਲਤ ਹੈ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਮਜਬੂਰੀ ਹੋ ਗਈ। ਇਹ ਚਾਹੀਦਾ ਸੀਗਾ ਜਦੋਂ ਉਹਨੂੰ ਏਡੇ ਉੱਚੇ ਅਹੁਦੇ ਤੇ ਲਿਜਾਇਆ ਗਿਆ ਕਿ ਵੀ ਇਹ ਕਿਹੋ ਜਿਹਾ। ਇਹ ਤਾਂ ਨਹੀਂ ਹੈ ਕਿ ਪਾਰਟੀਆਂ ਦੇ ਕੋਲ ਕੋਈ ਤਰੀਕਾ ਨਹੀਂ ਹੁੰਦਾ ਜਾਣਨ ਦਾ ਕਿ ਜੀ ਬੰਦਾ ਇਹ ਲੋਕ ਪੱਖੀ ਇਮਾਨਦਾਰ ਆ ਕਿ ਨਹੀਂ ਇਮਾਨਦਾਰ, ਜਾਂ ਇਹ ਕਿਹੜੇ ਕਿਸ ਤਰ੍ਹਾਂ ਦੇ ਕੰਮ ਕਰਦਾ ਹੈਗਾ, ਇਹ ਪਤਾ ਹੁੰਦਾ ਹੈਗਾ। ਲੇਕਿਨ ਇਸ ਕਰਕੇ ਹੁਣ ਇੱਕ ਨਵਾਂ ਦੌਰ ਬਾਕੀ ਸਾਰੀਆਂ ਪਾਰਟੀਆਂ ਦੇ ਲਈ ਸ਼ੁਰੂ ਹੋ ਗਿਆ। ਸਮਝ ਲਓ ਕਿ ਇਹ ਈਡੀ ਦੀ ਜਿਸ ਤਰ੍ਹਾਂ ਵਰਤੋਂ ਦੁਰਵਰਤੋਂ ਜੋ ਵੀ ਕਹਿ ਰਹੇ ਆ ਇਹ ਵਿਰੋਧੀ ਧਿਰ, ਹਨਾ, ਉਹ ਜੋ ਵੀ ਹੋ ਰਿਹਾ, ਜੇ ਤਾਂ ਉਹ ਪਕੜ ਕੇ ਵੀ ਤੁਹਾਨੂੰ ਕਟਹਿਰੇ 'ਚ ਖੜੇ ਕਰਦੇ ਕਹਿਣਾ ਬੜਾ ਔਖਾ ਹੋ ਜਾਊਗਾ। ਆਪਣੇ ਆਪ ਨੂੰ ਵੀ ਸੁਧਾਰੋ, ਆਪਣੇ ਗਿਰੇਬਾਨ ਦੇ ਵਿੱਚ ਵੀ ਜਿਹੜਾ ਨਾ ਉਹ ਝਾਕੋ ਕਿ ਤੁਸੀਂ ਉਹੋ ਜਿਹੇ ਬੰਦਿਆਂ ਨੂੰ ਸਿਆਸਤ ਦੇ ਵਿੱਚ, ਉਹੋ ਜਿਹੇ ਬੰਦਿਆਂ ਨੂੰ ਜ਼ਿੰਮੇਵਾਰੀਆਂ ਸੌਂਪੋ ਜਿਹੜੇ ਲੋਕਾਂ ਦੇ ਅਸਲੀ ਮਸਲਿਆਂ ਦੇ ਨਾਲ ਪਰਨਾਏ ਹੋਏ ਲੋਕ ਨੇ। ਇਹ ਨਹੀਂ ਕਿ ਜੇ ਆਪਣਾ ਆ ਤਾਂ ਉਹਨੂੰ ਲੈ ਲਓ, ਜੇ ਵਿਰੋਧੀ ਕੋਈ ਉਧਰੋਂ ਟੁੱਟ ਗਿਆ ਤਾਂ ਇੱਧਰ ਲੈ ਲਓ, ਉਹਦੇ ਫਿਰ ਰਿਜ਼ਲਟ ਜਿਹੜੇ ਨਾ। ਚਾਨਾ ਜੀ ਇਹ ਤੇ ਕਿਤੇ ਇਹ ਵੀ ਗੱਲ ਦੂਸਰਾ ਇਹ ਹੈ ਜ਼ਰੂਰੀ ਕਿ ਨਹੀਂ ਉਹ ਲਾਉਂਦੇ ਆ ਕਿ ਜੀ ਚਾਨਾ ਜੀ, ਇੱਥੇ ਇਹ ਵੀ ਨਹੀਂ ਲੱਗਦਾ ਜ਼ਰੂਰੀ ਕਿ ਜਿਸ ਤਰ੍ਹਾਂ ਸਾਡੇ ਇੱਥੇ ਖੇਤਰੀ ਪਾਰਟੀਆਂ ਚਾਹੇ ਵਿਰੋਧੀ ਪਾਰਟੀਆਂ ਹੈਗੀਆਂ ਜਿਹੜੀਆਂ, ਉਹਨਾਂ ਦੇ ਅੰਦਰ ਜਿਸ ਤਰ੍ਹਾਂ ਦਾ ਹਾਂਜੀ ਸਾਰਾ ਉਹਨਾਂ ਦਾ ਢਾਂਚਾ ਹੈ, ਉਹਨਾਂ ਦਾ ਅੰਦਰ ਸਿਸਟਮ ਹੈ, ਉਹ ਸਿਸਟਮ ਦੇ ਅੰਦਰ ਪਰਿਵਾਰਾਂ ਦਾ ਹੀ ਜ਼ਿਆਦਾ ਜਿਹੜਾ ਜ਼ੋਰ ਹੈਗਾ ਤੇ ਪਰਿਵਾਰ ਹੀ ਉਹਨੂੰ ਪਾਰਟੀਆਂ ਨੂੰ ਚਲਾ ਰਿਹਾ। ਤੇ ਜਿਸ ਤਰ੍ਹਾਂ ਅਸੀਂ ਹੁਣ ਬਰਤਾਨੀਆ ਦੀ ਐਗਜ਼ਾਮਪਲ ਦੇਖੀ ਹੈ ਕਿ ਉੱਥੇ ਕਿਸ ਤਰ੍ਹਾਂ ਜਮਹੂਰੀਅਤ ਪਾਰਟੀ ਦੇ ਅੰਦਰ ਕੰਮ ਕਰਦੀ ਹੈ ਕਿ ਉਹਨਾਂ ਨੇ ਹੁਣ ਜਿਸ ਤਰ੍ਹਾਂ ਉਹਨਾਂ ਦੀ ਪਾਰਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਆਪਣਾ ਲੀਡਰ ਚੁਣਨਾ ਕਿ ਜੇ ਇੱਥੇ ਵੀ ਪਾਰਟੀਆਂ ਦੇ ਅੰਦਰ ਡੈਮੋਕ੍ਰੈਟਿਕ ਸਿਸਟਮ ਨਹੀਂ ਬਣਦਾ ਜਿਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਸੀਗਾ, ਤਾਂ ਪਾਰਟੀਆਂ ਤੇ ਜਿਹੜਾ ਇਸ ਤਰ੍ਹਾਂ ਸਰਵਾਈਵ ਕਰਨਾ ਵੀ ਮੁਸ਼ਕਲ ਹੋ ਜਾਏਗਾ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਕਿ ਪਾਰਟੀ ਦੇ ਅੰਦਰ ਚੰਗੇ ਲੀਡਰਾਂ ਦੀ, ਲੋਕਾਂ ਦੇ ਸਹੀ ਨੁਮਾਇੰਦਿਆਂ ਦੀ, ਲੋਕਾਂ ਦੇ ਮੁੱਦਿਆਂ ਨਾਲ ਜੁੜੇ ਹੋਏ ਲੋਕਾਂ ਦੀ ਜਿਹੜੀ ਪਾਰਟੀ ਦੇ ਅੰਦਰ ਆਉਣਾ ਚਾਹੀਦਾ, ਉਹ ਨਹੀਂ ਆ ਸਕਣਗੇ। ਸੋ ਇਸ ਕਰਕੇ ਜਮਹੂਰੀਅਤ ਦੇ ਲਈ ਇਹ ਜ਼ਰੂਰੀ ਹੈ, ਦੇਸ਼ ਦੀ ਜਮਹੂਰੀਅਤ ਲਈ, ਕਿ ਪਾਰਟੀਆਂ ਦੇ ਅੰਦਰ ਵੀ ਜਮਹੂਰੀ ਪ੍ਰਬੰਧ ਜਿਹੜਾ ਹਾਂਜੀ ਹੋਵੇ ਤਾਂ ਜੋ ਉੱਥੇ ਲੀਡਰਸ਼ਿਪ ਹੈ ਇਸ ਤਰ੍ਹਾਂ ਦੀ ਜਿਹੜੀ ਪਰਿਵਾਰਵਾਦ ਵਾਲੀ ਹੈ ਉਸ ਦਾ ਜਿਹੜਾ ਅਸਰ ਹੈ ਜਾਂ ਉਸ ਢੰਗ ਨਾਲ ਜਿਹੜੀਆਂ ਬੁਰਾਈਆਂ ਹੋਈਆਂ ਉਹਨਾਂ ਤੋਂ ਪਾਰਟੀਆਂ ਵੀ ਬਚ ਸਕਣ ਤਾਂ ਦੇਸ਼ ਦੀ ਜਮਹੂਰੀਅਤ ਵੀ ਬਚ ਸਕੇ। ਨਹੀਂ, ਇਹ ਠੀਕ ਹੈ। ਤੁਸੀਂ ਜਿਹੜੀ ਮਰਜ਼ੀ ਪਾਰਟੀ ਲੈ ਲਓ, ਜਿਹਨੂੰ ਮਰਜ਼ੀ, ਤੇ ਚਾਹੇ ਇਹ ਕਾਂਗਰਸ ਦਾ ਹੈਗੀ ਆ ਤੇ ਚਾਹੇ ਜਿਹੜੀਆਂ ਦੂਸਰੀਆਂ ਵਿਰੋਧੀ ਪਾਰਟੀਆਂ, ਉਹਨਾਂ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਢਾਂਚਾ ਨਹੀਂ ਹੈ ਜਿਸ ਤਰ੍ਹਾਂ ਦਾ ਅਸੀਂ ਯੂਰਪ ਦੀਆਂ ਦੂਸਰੀਆਂ ਪਾਰਟੀਆਂ ਦੇ ਵਿੱਚ ਦੇਖਦੇ ਹਾਂ। ਉੱਥੇ ਨੋਮੀਨੇਸ਼ਨ ਜਿੱਤਣ ਲਈ ਵੀ ਵੋਟ ਪੈਂਦੀ ਆ, ਮੈਂਬਰ ਵੋਟ ਪਾਉਂਦੇ। ਔਰ ਇੱਥੇ ਜਦੋਂ ਲੀਡਰ ਬਣਦਾ ਹੈ ਨਾ ਕੋਈ, ਉਹਨੂੰ ਉਹਦੀ ਆਪਣੀ ਪਾਰਟੀ ਦੇ ਉਹ ਕੋਈ ਰਸਮ ਜਿਹੜੀ ਮਰਜ਼ੀ ਬਣਾ ਲੈਣ, ਉਹ ਪਹਿਲਾਂ ਹੀ ਡਿਸਾਈਡਡ ਹੁੰਦਾ ਕਿ ਸਾਡਾ ਲੀਡਰ ਆਇਆ, ਫਿਰ ਉਹ ਲੀਡਰ ਆਪਣੀ ਟੀਮ ਜਿਹੜੀ ਨਾ ਥੱਲੇ ਜ਼ਿੰਮੇਵਾਰੀਆਂ ਜਿਹੜੀ ਨਾ ਉਹ ਵੰਡ ਦਿੰਦਾ। ਔਰ ਜਦੋਂ ਅਸੀਂ ਗਣਤੰਤਰ ਦੇ ਵਿੱਚ, ਜਮਹੂਰੀਅਤ ਦੇ ਵਿੱਚ ਕੰਮ ਕਰ ਰਹੇ ਹਾਂ, ਤਾਂ ਫਿਰ ਉਸ ਪਾਰਟੀ ਦਾ ਆਪਣਾ ਢਾਂਚਾ ਵੀ ਜਮਹੂਰੀ ਹੋਣਾ ਬੜਾ ਜ਼ਰੂਰੀ ਹੁੰਦਾ ਆ, ਤਾਂ ਕਿ ਉਹਨਾਂ ਦਾ ਕਮਿਊਨੀਕੇਸ਼ਨ ਹੇਠਾਂ ਤੱਕ ਲੋਕਾਂ ਨਾਲ ਬਣਿਆ ਰਹੇ। ਜਦੋਂ ਜਿੱਤਦੀ ਆ ਉਹਦਾ ਕਮਿਊਨੀਕੇਸ਼ਨ ਆਪਣੇ ਲੋਕਾਂ ਦੇ ਨਾਲੋਂ ਟੁੱਟ ਜਾਂਦਾ, ਉਹਦੇ ਆਪਣੇ ਹੀ ਬੰਦੇ ਜਿਹੜੇ ਮਿਲਣ ਤੋਂ ਆਤਰ ਹੋ ਜਾਂਦੇ ਆ ਕਿ ਜੀ ਹਾਂ ਕਿਵੇਂ ਕਹੀਏ, ਕਿੱਦਾਂ ਮਿਲੀਏ, ਕੀ ਕਰੀਏ ਜਾ ਕੇ। ਯਾਨੀ ਇਹ ਸੈਂਟਰਲਾਈਜ਼ਡ ਹੈਗੀਆਂ ਔਰ ਇਹਨਾਂ ਨੂੰ ਆਪਣਾ ਢਾਂਚਾ ਵੀ ਜਮਹੂਰੀ ਬਣਾਉਣਾ ਪੈਣਾ ਹੈਗਾ।
ਔਰ ਉਹ ਜਮਹੂਰੀ ਬਣੇਗਾ ਕਿਉਂਕਿ ਜੇ ਖੁੱਲ੍ਹ ਕੇ ਆਪਣੇ ਹੇਠਲੇ ਕੈਡਰ ਨੂੰ ਛੁੱਟੀ ਦੇ ਦੇਣ ਕਿ ਜੀ ਤੁਸੀਂ ਆਪਣੇ ਨਿਰਣੇ ਜੋ ਵੀ ਹੈਗੇ ਸਾਨੂੰ ਖੁੱਲ੍ਹ ਕੇ ਦੱਸੋ, ਤਾਂ ਉਹ ਖੁਦ ਹੀ ਦੱਸ ਦੇਣਗੇ ਕਿ ਸਾਡੀ ਪਾਰਟੀ ਦੇ ਫਲਾਣੇ ਲੀਡਰ ਜਿਹੜੇ ਨਾ ਉਹ ਠੀਕ ਨਹੀਂ ਹੈਗੇ, ਹੈ ਨਾ। ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਹੈਗਾ ਦੱਸਣ ਦਾ। ਇਸ ਪਾਰਟੀਆਂ ਦੇ ਅੰਦਰਲੀ ਜਮਹੂਰੀਅਤ ਬੜੀ ਜ਼ਰੂਰੀ ਆ, ਔਰ ਫਿਰ ਉਹ ਜਮਹੂਰੀ ਢਾਂਚੇ ਦੇ ਵਿੱਚ ਰਹਿਣ ਦੇ ਜਿਹੜਾ ਨਾ ਸਮਰੱਥ ਹੋਣਗੀਆਂ। ਹੁਣ ਤੱਕ ਜੋ ਚੱਲਣਾ ਸੀਗਾ ਉਹ ਚੱਲ ਗਿਆ, ਔਰ ਇਸੇ ਕਰਕੇ ਹੁਣ ਇਹ ਆ ਕਿ ਜੀ ਏਜੰਸੀਆਂ ਆ ਰਿਹਾ, ਔਰ ਜੇ ਉਹ ਏਜੰਸੀਆਂ ਦੀ ਵਰਤੋਂ ਕਰਦੇ ਆ ਤਾਂ ਏਜੰਸੀਆਂ ਉਹਦੇ ਕੋਲ ਹੈਗੀਆਂ ਨੇ, ਹੈ ਨਾ। ਲੇਕਿਨ ਜਦੋਂ ਪੋਲੀਟੀਕਲ ਪਰਪਸ ਦੇ ਵਾਸਤੇ ਵਰਤਣੀ ਹੈਗੀ ਤੇ ਉਹ ਜਿਹੜੀ ਆ, ਜਿੱਦਾਂ ਹੁਣ ਆਪਾਂ ਪਿੱਛੇ ਇੱਕ ਵਾਰੀ ਕੇਸਾਂ ਦੀ ਗਿਣਤੀ ਕੀਤੀ ਸੀ ਕਿ ਈਡੀ ਦੇ ਕੋਲ ਈਡੀ ਨੇ ਕਿੰਨੇ ਲੋਕਾਂ ਨੂੰ ਫਾਲਨ ਕੀਤਾ, ਕਿੰਨੇ ਲੋਕਾਂ ਦੇ ਖਿਲਾਫ ਫਾਈਲਾਂ ਲਿਆਂਦੀਆਂ ਤੇ ਔਰ ਉਹਨਾਂ ਵਿੱਚੋਂ ਸਜ਼ਾ ਕਿੰਨਿਆਂ ਨੂੰ ਹੋਈ, ਹੈ ਨਾ, ਔਰ ਪ੍ਰੂਵ ਕਿੰਨੇ ਹੋਏ ਆ। ਜਿਹੜੇ ਬਾਕੀ ਦੇ ਆ ਨਾ ਫਿਰ ਉਹ ਫਿਰ ਟੈਰਰਾਈਜ਼ ਕਰਨ ਦਾ ਨਾ ਦੂਜਿਆਂ ਨੂੰ ਦਹਿਸ਼ਤ ਜ਼ਦਾ ਕਰਨ ਦਾ ਕੰਮ ਜਿਹੜਾ ਨਾ ਕਰਦਾ ਹੈ ਪ੍ਰੋਸੈਸ ਹੈ ਹੈਗਾ ਜਿਹੜਾ। ਹੁਣ ਜੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਬਾਰ-ਬਾਰ ਸੱਦਣਾ, ਉਹਨਾਂ ਦੇ ਜਿਹੜਾ ਹੇਠਲਾ ਕੈਡਰ ਹੈਗਾ ਉਹਨਾਂ ਦੀ ਹਵਾ ਸਿਰਕੀ ਪਈ ਹੋਣੀ ਆ ਕਿ ਸਾਡੀ ਵਾਰੀ ਵੀ ਆਈ, ਕਿ ਜੇ ਅਸੀਂ ਉਦਾਂ ਹੀ ਚੱਕ ਲਿਆ ਤੇ ਆਪੇ 6 ਮਹੀਨੇ ਤਾਂ ਲੰਘ ਹੀ ਗਏ ਨਾ, ਫਿਰ ਜੇ ਛੁੱਟਣਾ ਤਾਂ ਆਪੇ ਕੋਰਟ ਦੇ ਕੋਲੋਂ ਜਾ ਕੇ ਛੁੱਟ ਜਾਏਗਾ, ਹਨਾ। ਇਸ ਕਰਕੇ ਇਹਨੂੰ ਇਸ ਤਰ੍ਹਾਂ ਜਿਹੜਾ ਇਸਤੇਮਾਲ ਇਹਦੇ ਤੇ ਇਹ ਜਾਣੀ ਵਿਰੋਧੀ ਪਾਰਟੀਆਂ ਦਾ ਵੀ ਜਿਹੜਾ ਦੋਸ਼ ਹਾਂ ਈਡੀ ਦੀ ਵਰਤੋਂ ਕਰ ਰਹੇ ਆ ਜੀ, ਔਰ ਉਹ ਸੀਬੀਆਈ ਦੀ ਵਰਤੋਂ ਕਰ ਰਹੇ ਆ ਜੀ, ਔਰ ਉਹਦੇ ਜਿਹੜਾ ਇਨਕਮ ਟੈਕਸ ਦੀ ਵਰਤੋਂ ਕਰ ਰਹੇ ਆ, ਹਨਾ। ਇਸ ਕਰਕੇ ਆਪਣੇ ਅੰਦਰ ਵੀ ਸੁਧਾਰ ਲਾਉਣਾ ਪੈਣਾ ਹੈਗਾ। ਦੂਸਰਾ ਇਹ ਆ ਕਿ ਇਸ ਨੂੰ ਨੱਥ ਪਾਉਣ ਦੇ ਲਈ ਇਹੀ ਆ ਕਿ ਲੋਕ ਸਭ ਜਾਣਦੇ ਹੁੰਦੇ ਆ, ਜਿੰਨਾ ਚਿਰ ਲੋਕ ਖੁਦ ਉੱਠ ਕੇ ਅੰਦੋਲਨ ਦੇ ਰਾਹ ਨਾ ਤੁਰੇ ਉਨੀ ਦੇਰ ਇਹਨਾਂ ਦੀ ਨਾ ਸੰਸਦ ਦੇ ਵਿੱਚ ਕਿਸੇ ਨੇ ਸੁਣਨੀ ਆ, ਤਾਂ ਨਾ ਰਾਜ ਸਭਾ ਦੇ ਵਿੱਚ, ਨਾ ਲੋਕ ਸਭਾ ਦੇ ਵਿੱਚ। ਔਰ ਇਸ ਤੁਹਾਡਾ ਕਰਕੇ ਕਹਿਣ ਤੋਂ ਭਾਵ ਇਹ ਹੈ ਕਿ ਸੜਕਾਂ ਤੇ ਆਉਣਾ ਵੀ ਜ਼ਰੂਰੀ ਹੈ। ਜਿਸ ਤਰ੍ਹਾਂ ਕਿਸਾਨ ਅੰਦੋਲਨ ਵੇਲੇ ਲੋਕ ਆਏ ਸੀਗੇ, ਕਿਸਾਨ ਆਏ ਸੀ, ਤਾਂ ਉਹਨਾਂ ਦੀ ਗੱਲ ਅਲਟੀਮੇਟਲੀ ਸਰਕਾਰ ਨੂੰ ਸੁਣਨੀ ਪਈ ਸੀ। ਜਦੋਂ ਠੀਕ ਮੁੱਦੇ ਦੇ ਉੱਤੇ ਲੋਕ ਆਰਗੇਨਾਈਜ਼ ਹੁੰਦੇ ਆ ਤਾਂ ਫਿਰ ਉਹ ਸਰਕਾਰ ਨੂੰ ਮਜਬੂਰ ਕਰ ਦਿੰਦੇ ਆ ਕਿ ਉਹ ਉਹਨਾਂ ਦੀ ਗੱਲ ਸੁਣੇ, ਔਰ ਜਿਹੜਾ ਉਹਨਾਂ ਦੀ ਗੱਲ ਸੁਣੇਗਾ, ਜਿਹੜਾ ਉਹਨਾਂ ਦੀ ਗੱਲ ਕਰੇਗਾ ਅੰਦਰ, ਉਹਨੂੰ ਸਰਕਾਰ ਨੂੰ ਸੁਣਨਾ ਪਏਗਾ, ਹੈ ਨਾ। ਇਸ ਕਰਕੇ ਮੁੱਦੇ ਭਾਵੇਂ ਸਰਕਾਰ ਦੇ ਹੀ ਆ, ਔਰ ਸੌਰੀ ਲੋਕਾਂ ਦੇ ਹੀ ਆ, ਔਰ ਲੋਕਾਂ ਨਾਲ ਸਿੱਧੇ ਜੁੜੇ ਹੋਏ ਆ, ਉਹੀ ਮੁੱਦਿਆਂ ਨੂੰ ਲੈ ਕੇ ਗਏ ਸੀਗੇ। ਜੇ ਅਜੇ ਮਤਲਬ ਇਸ ਗੱਲ ਦੀ ਉਡੀਕ ਹੀ ਕਰਨੀ ਕਿ ਜੀ ਲੋਕ ਤਾਂ ਅਜੇ ਇਹਨਾਂ ਨੂੰ ਕਹਿ ਨਹੀਂ ਰਹੇ, ਫਿਰ ਵੀ ਉਹ ਮੁੱਦਿਆਂ ਦੇ ਉੱਤੇ ਜੰਡੂ ਸਾਹਿਬ 18 ਤਰੀਕ ਤੋਂ ਹੀ ਵਿਰੋਧੀ ਧਿਰ ਮੰਗ ਕਰਦੀ ਆ ਰਹੀ ਸੀ ਕਿ ਇਹਨਾਂ ਮੁੱਦਿਆਂ ਦੇ ਉੱਤੇ, ਮਹਿੰਗਾਈ ਦੇ ਮੁੱਦੇ ਦੇ ਉੱਤੇ, GST ਦੇ ਮੁੱਦੇ ਦੇ ਉੱਤੇ, ਔਰ ਇਹ ਜਿਹੜੇ ਮੁੱਦੇ ਹੈਗੇ ਆ ਅਤੇ ਦੂਸਰੇ ਵੀ ਮੁੱਦੇ ਨਾਲ ਜੁੜੇ ਹੋਏ ਜਿਹੜੇ ਹੁਣ ਰੀਸੈਂਟਲੀ ਉੱਠੇ ਆ, ਇਹਨਾਂ ਦੇ ਉੱਤੇ ਪਹਿਲਾਂ ਬਹਿਸ ਕਰਾਈ ਜਾਵੇ। ਐਡਾ ਵੱਡਾ ਉਹਨਾਂ ਕੋਲ ਬਹੁਮਤ ਹੈਗਾ, 350 NDA ਦੇ ਕੋਲ 350, ਹੈ ਨਾ, 303 ਜੀ ਤਾਂ ਜੀ। BJP ਦੇ ਜਾਂ ਸਭਾ ਦੇ ਮੈਂਬਰ ਹੈਗੇ ਆ, ਔਰ ਰਾਜ ਸਭਾ ਦੇ ਵਿੱਚ 91 ਹੈਗੇ ਉਹਨਾਂ ਦੇ, ਔਰ NDA ਰਲਾ ਕੇ ਜਿਹੜਾ ਨਾ ਤਕਰੀਬਨ ਬਹੁਮਤ ਤੋਂ ਥੋੜਾ ਹੀ ਥੱਲੇ ਰਹਿ ਜਾਂਦੇ ਆ, ਹੈ ਨਾ। ਔਰ ਇਹ ਇਸ ਤਰ੍ਹਾਂ ਇੰਨੇ ਵੱਡੇ ਬਹੁਮਤ ਹੁੰਦਿਆਂ ਹੋਇਆਂ ਬੜਾ ਵੱਡਾ ਦਿਲ ਰੱਖਣਾ ਚਾਹੀਦਾ ਕਿ ਜੀ ਲਿਆਓ, ਆਓ ਬਹਿਸ ਕਰਦੇ ਆ, ਦੱਸੋ, ਹੈ ਨਾ, ਤੁਹਾਡਾ ਕੀ ਹੈਗਾ। ਲੇਕਿਨ ਜਿਹੜਾ ਇੱਕ ਸੰਸਦ ਮੈਂਬਰ ਕਹਿੰਦਾ ਕਿ ਜੀ ਪ੍ਰਧਾਨ ਮੰਤਰੀ ਜੀ ਜਿਹੜੇ ਨਾ ਉਹ ਲੋਕ ਸਭਾ ਤੋਂ ਕਤਰਾਉਂਦੇ ਆ, ਜਾਂ ਉਹਨੇ ਤਾਂ ਇਹ ਵੀ ਕਿਹਾ ਵੀ ਭੈ ਖਾਂਦੇ ਆ, ਹੈ ਨਾ। ਪਰ ਐਸਾ ਕਿਉਂ, ਐਸੀ ਤਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਮੁੱਦੇ ਹੈਗੇ ਆ ਜਿਹੜੇ, ਉਹ ਚਾਹੇ ਉਹ ਫੋਲੋਇੰਗ ਵੋਟਰ ਹੈਗੇ ਆ BJP ਦੇ, ਕਾਂਗਰਸ ਦੇ, ਤਾਂ ਵਿਰੋਧੀ ਧਿਰ ਦੇ, ਤਾਂ ਜਾਂ ਰੀਜਨਲ ਪਾਰਟੀਆਂ ਦੇ, ਚਾਹਨਾ ਜੀ ਆਪਣਾ ਸਾਰਿਆਂ ਦੇ ਸਮਾਂ ਉੱਪਰ ਵੀ ਸਮਾਪਤ ਹੋ ਰਿਹਾ, ਸੰਖੇਪ ਰੱਖਿਓ, ਆਪਣਾ ਸਮਾਂ ਸਮਾਪਤ ਹੋ ਰਿਹਾ ਪ੍ਰੋਗਰਾਮ ਦਾ। ਪੀੜਤ ਨੇ ਮਹਿੰਗਾਈ ਤੋਂ, ਬੇਰੁਜ਼ਗਾਰੀ ਤੋਂ, ਹਨਾ, ਔਰ ਉਹ ਸਾਰੇ ਪੀੜਤ ਨੇ ਉਹਨਾਂ ਮਸਲਿਆਂ ਤੋਂ ਜਿਹੜੇ ਉਹ ਪਾਰਲੀਮੈਂਟ ਉੱਥੇ ਲੈ ਇਹਨਾਂ ਨੂੰ, ਜੇ ਇਹਨਾਂ ਦਾ ਹੱਲ ਹੋ ਸਕਦਾ ਹੋਵੇ, ਉਹਦੇ ਵਿੱਚ ਵਿਰੋਧੀ ਧਿਰ ਦਾ ਵੀ ਕੋਈ ਸਾਥ ਲਿਆ ਜਾ ਸਕਦਾ ਹੋਵੇ, ਤਾਂ ਇਹੋ ਜਿਹੀ ਜਿਹੜੀ ਹੈ ਨਾ ਐਕਸਰਸਾਈਜ਼ ਕਿਉਂ ਨਹੀਂ ਹੋਣੀ ਚਾਹੀਦੀ, ਹੈ ਨਾ। ਸੋ ਇਸ ਕਰਕੇ ਇਹਦਾ ਨੋਟਿਸ ਵੀ ਲਿਆ, ਅਖਬਾਰਾਂ ਨੇ ਵੀ ਨੋਟਿਸ ਲਿਆ ਕਿ ਜੀ ਇਹ ਜਿਹੜਾ ਇਹ ਤਰੀਕਾ ਫਿਰ ਕਿ ਨਹੀਂ, ਤਰੀਕਾ ਗਲਤ ਹੋ ਸਕਦਾ। ਚਲੋ ਕਈ ਤਖਤੀਆਂ ਨਾ ਲੈ ਕੇ ਆਓ, ਤੁਸੀਂ ਤਖਤੀਆਂ ਲੈ ਕੇ ਕਿਉਂ ਗਏ, ਲੇਕਿਨ ਮਸਲਾ ਤਾਂ ਉਹ ਉੱਠਿਆ ਜਾ ਕੇ ਕਿ ਜਦੋਂ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ ਕਿ ਮਹਿੰਗਾਈ ਦੇ ਉੱਤੇ ਗੱਲ ਕੀਤੀ ਜਾਵੇ, ਜਦੋਂ ਮੌਕਾ ਨਹੀਂ ਦਿੱਤਾ ਗਿਆ ਕਿ ਬੇਰੁਜ਼ਗਾਰੀ ਦੇ ਉੱਤੇ ਗੱਲ ਕੀਤੀ ਜਾਵੇ, ਹੈ ਨਾ। ਸੋ ਇਸ ਕਰਕੇ ਉਹਨਾਂ ਨੇ, ਪਰ ਉਹੋ ਹੀ ਗੱਲ ਇਹ ਕਿ ਜਿੰਨਾ ਚਿਰ ਖੁਦ ਹੀ ਯੂਨਾਈਟਿਡ ਨਹੀਂ ਹੈ ਆਪੋਜੀਸ਼ਨ, ਤਾਂ ਫਿਰ ਇਹ ਉਲਾਂਭੇ ਬਹੁਤੇ ਉਹਨਾਂ ਕਾਟ ਨਹੀਂ ਕਰਦੇ ਕਿ ਲਈ ਸਾਡੀ ਸੁਣਦੇ ਨਹੀਂ, ਤੇ ਸਾਡੀ ਜਿਹੜੀ ਹੈ ਨਾ ਉਹ ਸਾਨੂੰ ਪਰੇਸ਼ਾਨੀ ਕਰਦੇ ਆ। ਸੋ ਇਸ ਕਰਕੇ ਜੇ ਲੋਕ ਸਮਝਦੇ ਆ ਤਾਂ ਲੋਕਾਂ ਨੂੰ ਨਾਲ ਲਓ,
ਜੇ ਤੁਸੀਂ ਇਕੱਠੇ ਇੱਕੋ ਹੀ ਗੱਲ ਸਮਝਦੇ ਆ ਤਾਂ ਫਿਰ ਇਕੱਠੇ ਹੋ ਕੇ ਗੱਲ ਕਰੋ। ਜਾਣੀ ਵਿਰੋਧੀ ਧਿਰ ਦੀ ਯੂਨਿਟੀ ਨਹੀਂ ਸੀ, ਇਹ ਗੱਲ ਸਾਬਤ ਕਰ ਦਿੱਤੀ ਆ ਇਸ ਮੌਨਸੂਨ ਸੈਸ਼ਨ ਨੇ ਕਿ ਪਹਿਲਾਂ ਕਾਂਗਰਸ ਨੇ, ਫਿਰ ਦੂਸਰੀਆਂ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਨੇ, ਤੇ ਵਿੱਚ CPM ਤੇ CPI, ਇਹਨਾਂ ਨੇ ਸਾਰਿਆਂ ਨੇ ਅਲੱਗ-ਅਲੱਗ ਤੌਰ ਤੇ ਉਹੀ ਮਸਲੇ ਉਠਾ ਕੇ ਉਹੀ ਜਿਹੜੀ ਨਾ ਆਪਣੇ ਖਿਲਾਫ ਕਾਰਵਾਈ ਜਿਹੜੀ ਨਾ ਉਹ ਕਰਵਾਈ। ਸੋ ਇਸ ਕਰਕੇ ਇਕੱਠੇ ਹੋ ਕੇ ਕਰਦੇ ਤਾਂ ਇੱਕ ਨੇਸ਼ਨ ਨੂੰ ਲੱਗਦਾ ਕਿ ਆਪੋਜੀਸ਼ਨ ਇਕੱਠੀ ਆ, ਉਹ ਮਿਸਿੰਗ ਹੈਗੀ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਉਹਨਾਂ ਨੂੰ, ਜੇ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਹਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕ ਯੂ।